ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸੰਗਤ ਸਾਧ ਸੰਗਤ ਜੀ, ਜਿਵੇਂ ਕਿ ਭਾਈ ਸੰਗਤਾਂ ਨੂੰ ਵੀ ਰਾਤ ਬੇਨਤੀ ਕੀਤੀ ਗਈ ਹੈ ਕਿ ਆਪਣੇ ਨਗਰ ਵੱਲੋਂ ਜੋ ਇਕੱਠ ਕੀਤਾ ਜਾ ਰਿਹਾ, ਆਪਣੇ ਜੋ 86 ਲੀਡਰ ਹੈ ਉਹਨਾਂ ਦਾ ਪਿੰਡ ਵਿੱਚ ਆਉਣ ਤੋਂ ਬਾਈਕਾਟ ਕੀਤਾ ਗਿਆ। ਪਿਛਲੇ 74 ਸਾਲ ਤੋਂ ਆਮ ਲੋਕਾਂ ਦਾ ਖੂਨ ਚੂਸ ਰਹੇ ਤੇ ਪੰਜਾਬ ਨੂੰ ਕਰਜ਼ਾਈ ਕਰ ਪੰਜ ਪੈਨਸ਼ਨਾਂ ਲੈਣ ਵਾਲੇ ਸਿਆਸੀ ਲੀਡਰਾਂ ਤੇ ਅਵਾਰਾ ਪਸ਼ੂਆਂ ਦਾ ਪਿੰਡ ਵਿੱਚ ਆਉਣਾ ਸਖਤ ਮਨਾ ਹੈ ਤੇ ਤੁਸੀਂ ਲੀਡਰਾਂ ਤੇ ਅਵਾਰਾ ਪਸ਼ੂਆਂ ਨੂੰ ਇੱਕੇ ਥਾਂ ਕਰਤਾ ਜੀ। ਇਹ ਬਹੁਤ ਬੜੀ ਗਲਤੀ ਅਸੀਂ ਅਵਾਰਾ ਪਸ਼ੂ ਲਿਖਾਇਆ, ਕਿਉਂਕਿ ਅਵਾਰਾ ਪਸ਼ੂ ਵੀ ਇਹਨਾਂ ਨਾਲ ਕੰਪੇਅਰ ਨਹੀਂ ਅਸੀਂ ਕਰ ਸਕਦੇ। ਇੱਥੇ ਖੇਤ 'ਚ ਅਵਾਰਾ ਪਸ਼ੂ ਵੜਿਆ ਕਿ ਡੰਡਾ ਮਾਰ ਦੋ, ਇੰਨੀ ਅਣਖ ਉਹਨੂੰ ਹੈਗੀ ਮੁੜ ਕੇ ਨਹੀਂ ਵੜੂਗਾ, ਪਰ ਇਹ ਤਾਂ ਫੇਰ ਆ ਜਾਂਦੇ ਆ, ਜੁੱਤੀਆਂ ਮਾਰ ਖਾ ਕੇ ਵੀ ਆਉਂਦੇ ਆ। ਇਸ ਏਰੀਏ ਦੇ ਵਿੱਚ ਬਹੁਤ ਲੋਕ ਅਵੇਅਰ ਨੇ, ਬਹੁਤ ਲੋਕਾਂ ਨੂੰ ਜਾਗਰਤੀ ਹੈ। ਉਹ ਸਾਰੇ ਦਿੱਲੀ ਵੀ ਜਾਂਦੇ ਨੇ, ਧਰਨਿਆਂ 'ਚ ਵੀ ਜਾਂਦੇ ਨੇ, ਹਰ ਥਾਂ ਜਾਂਦੇ ਨੇ ਤੇ ਸਾਡੇ ਪਿੰਡਾਂ 'ਚ ਬੋਰਡ ਲੱਗ ਰਹੇ ਨੇ ਕਿ ਅਸੀਂ ਜਿਹੜੇ ਸਿਆਸੀ ਲੋਕ ਹੈ ਇਹ ਅਸੀਂ ਪਿੰਡਾਂ 'ਚ ਨਹੀਂ ਵੜਨ ਦੇਣੇ, ਕਿਉਂਕਿ ਇਹਨਾਂ ਨੇ ਸਿਆਸਤ ਕੀਤੀ ਹੈ, ਵੋਟਾਂ ਲਈਆਂ ਤੇ ਆਪਣਾ ਰਾਜ ਕਰਿਆ, ਸਾਨੂੰ ਕੋਈ ਨਹੀਂ ਪੁੱਛਿਆ ਇਹਨਾਂ ਨੇ। ਅਗਰ ਕੋਈ ਬੰਦਾ ਇੰਟਰ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਅਸੀਂ ਉਹਦੀ ਸਪੀਡ ਚੈੱਕ ਕਰਾਂਗੇ। ਬੰਦੇ ਤਿਆਰ ਨੇ, ਨੌਜਵਾਨ ਤਿਆਰ ਨੇ, ਉਹਦੀ ਸਪੀਡ ਚੈੱਕ ਹੋਊਗੀ ਵੀ ਕਿੰਨਾ ਕੁ ਭੱਜਦਾ ਉਹ। ਇਹ ਸਾਡੀਆਂ ਫਸਲਾਂ ਲੈ ਜਾਂਦੇ ਨੇ ਅਵਾਰਾ ਪਸ਼ੂ, ਉਹ ਸਾਡੀਆਂ ਵੋਟਾਂ ਲੈ ਜਾਂਦੇ ਨੇ ਤੇ ਉਹਦੇ ਵਿੱਚ ਸਾਨੂੰ ਵਾਪਸੀ ਕੁਛ ਨਹੀਂ ਹੁੰਦਾ ਹੈਗਾ। ਇਸ ਕਰਕੇ ਅਸੀਂ ਜਿਹੜੇ ਅਵਾਰਾ ਪਸ਼ੂ ਹੈ ਇਹਨਾਂ ਦਾ ਨਾਲ ਇਹਨਾਂ ਦੇ ਇੱਕ ਐਗਜ਼ਾਮਪਲ ਹੈ ਇਹ ਕਿ ਜਸ ਲਈ ਕਿ ਅਵਾਰਾ ਪਸ਼ੂ ਨੇ, ਅਸੀਂ ਇਹਨੂੰ ਆਪਣੇ ਖੇਤ ਵਿੱਚ, ਆਪਣੇ ਪਿੰਡ ਵਿੱਚ ਇਹਨਾਂ ਨੂੰ ਨਹੀਂ ਐਂਟਰ ਹੋਣ। 500 ਸਾਲ ਤੋਂ ਆਈ ਸਿਆਸਤ ਚੱਲੀ ਆ ਰਹੀ ਆ। ਪਹਿਲਾਂ ਯਾਦ ਗੁਲਾਮ ਕਰੇ ਸਾਰਿਆਂ ਨੂੰ, ਠੀਕ ਹੈ ਨਾ। ਹੁਣ ਅੱਜ ਸੁਤੰਤਰਤਾ ਦਿਵਸ ਹੈ, 15 ਅਗਸਤ ਹੈ, ਪਰ ਸਾਡੇ ਲਈ ਤਾਂ ਕੋਈ ਆਜ਼ਾਦੀ ਨਹੀਂ ਹੈਗੀ। ਅਸੀਂ ਤਾਂ ਅੱਜ ਵੀ ਗੁਲਾਮੀ ਆ ਉਸ ਕਿਸਮ ਦੇ ਹੀ ਆ। ਕਿੱਦਾਂ ਗੁਲਾਮ ਹੋ ਜੀ? ਗੁਲਾਮੀ ਹੈ ਜੀ, ਸਾਨੂੰ ਹੱਕ ਨਹੀਂ ਸਾਡੇ ਮਿਲ ਰਹੇ। ਕਿਸਾਨੀ ਅੰਦੋਲਨ ਦੇ ਦੌਰਾਨ ਅਸੀਂ ਅੱਕੇ ਪਏ ਹਾਂ, ਅਸੀਂ ਬਹੁਤ ਗੁੱਸੇ 'ਚ ਹੈ ਕਿਸਾਨ, ਕਿਉਂਕਿ ਕਿਸਾਨ ਦਾ ਗਲ ਘੁੱਟ ਹੋ ਰਿਹਾ, ਕਿਸਾਨ ਮਰ ਰਿਹਾ। ਇਸ ਕਰਕੇ ਅਸੀਂ ਹੁਣ ਚਾਹੁੰਦੇ ਵੀ ਮਰਨਾ ਤਾਂ ਹੈਗਾ ਹੀ, ਲੜ ਕੇ ਮਰੋ। ਪਰ ਸੰਯੁਕਤ ਕਿਸਾਨ ਮੋਰਚੇ ਨੇ ਤਾਂ ਸਿਰਫ ਇਕੱਲਾ ਭਾਜਪਾ ਦਾ ਵਿਰੋਧ ਕਰਨ ਲਈ ਕਿਹਾ ਸੀ ਵੀ ਤੁਸੀਂ ਸਾਰਿਆਂ ਦੀ ਕਰਤਾ ਜੀ। ਹੁਣ 4.5 ਸਾਲ ਇਹ ਭੁੱਲ ਜਾਂਦੇ ਆ ਵੀ ਇਹ ਕੌਣ ਲੋਕ ਆ, ਸਾਨੂੰ ਨਹੀਂ ਪਤਾ। ਹੁਣ ਪਿਛਲੇ 6 ਮਹੀਨੇ 'ਚ ਆ ਕੇ ਉਹ ਕਹਿੰਦੇ ਹੁੰਦੇ ਗੰਗਾਧਰ ਸ਼ਕਤੀਮਾਨ ਵਾਲਾ, ਹੁਣ ਇਹ ਗੰਗਾਧਰ ਬਣ ਕੇ ਆਉਣਾ ਇਹਨਾਂ ਨੇ। ਇਹਨਾਂ ਵਰਗਾ ਭੋਲਾ, ਇਹਨਾਂ ਵਰਗਾ ਸਾਊ ਬੰਦਾ ਕੋਈ ਨਹੀਂ। ਹਰ ਮਾਂ ਭੈਣ ਇਹਨਾਂ ਦੀ ਭੈਣ ਆ, ਹਰ ਜਿੰਨੇ ਵੀ ਇੱਥੇ ਖੜੇ ਕੋਈ ਬਜ਼ੁਰਗ ਆ ਉਹ ਇਹਦਾ ਬਾਪ ਆ। ਹਰ ਜ਼ਿਲ੍ਹੇ ਦੇ ਵਿੱਚ ਭਾਸ਼ਣ ਚੱਲ ਰਿਹਾ ਹੈ। ਲਾਲ ਕਿਲੇ ਦੇ ਵਿੱਚ ਭਾਸ਼ਣ ਹੋਏ, ਤੁਸੀਂ ਭਾਸ਼ਣ ਨਹੀਂ ਸੁਣੇ ਭਾਜੀ? ਉਹ ਤਾਂ ਕਹਿੰਦੇ ਆ ਕਿ ਦੇਸ਼ ਖੁਸ਼ਹਾਲ ਹੋ ਗਿਆ, ਅਸੀਂ ਤਾਂ ਫੁੱਟਪਾਥ ਤੇ ਬੈਠੇ ਬੰਦਿਆਂ ਨੂੰ ਵੀ ਖੁਸ਼ਹਾਲ ਕਰਤਾ। ਕੰਪੇਅਰ ਕਰਦੇ ਆ ਬਾਹਰਲੀਆਂ ਕੰਟਰੀਆਂ ਨਾਲ, ਫੋਰਨ ਨਾਲ, ਉੱਥੇ ਰੁਜ਼ਗਾਰ ਤਾਂ ਹੈਗਾ ਏ। ਇਹੋ ਜਿਹੇ ਲੀਡਰ ਵੀ ਆਏ ਆ ਜਿਨ੍ਹਾਂ ਨੇ ਸਵਰਗ ਬਣਾ ਕੇ ਰੱਖਤੇ, ਸਾਡੇ ਲੀਡਰ ਨੇ ਤਾਂ ਨਰਕ ਬਣਾ ਦਿੱਤਾ। ਚਮਚੇ ਹੁੰਦੇ ਆ ਨਾ, ਇਹਨਾਂ ਨੂੰ ਵੀ ਆ ਪਿੱਛੇ ਵਾਲੇ 6 ਮਹੀਨਿਆਂ 'ਚ ਕੀ 'ਚ ਰੱਖਦੇ ਆ। ਇਹ 4.5 ਸਾਲ ਚਮਚਿਆਂ ਨੂੰ ਵੀ ਨਹੀਂ ਕੋਈ ਪੁੱਛਦਾ, ਜਰੇ ਲੱਗਦੀ ਪਿਆਂ ਨੂੰ। ਉਹਨਾਂ ਨੂੰ ਪਿੰਡ ਤੱਕ ਮਤਲਬ ਹੈ। ਜਾਂ ਪਿੰਡ ਦੀ 1000 ਬੰਦਾ ਇੱਕ ਪਾਸੇ ਆ ਤਾਂ ਇਕੱਲਾ ਬੰਦਾ ਕੀ ਕਰ ਲੂਗਾ? ਉਹਦਾ ਅਸੀਂ ਭਾਂਡਾ ਛੇਕ ਦਾਂਗੇ ਪਿੰਡ 'ਚੋਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਸਤਨਾਮ ਸਿੰਘ। ਆਜ਼ਾਦੀ ਮਿਲੀ ਨੂੰ ਦੇਸ਼ ਨੂੰ 74 ਸਾਲ ਦਾ ਸਮਾਂ ਹੋ ਚੁੱਕਿਆ ਹੈ ਤੇ ਵੱਖ-ਵੱਖ ਦੇਸ਼ ਦੇ ਹਿੱਸਿਆਂ ਦੇ ਵਿੱਚ ਆਜ਼ਾਦੀ ਦਿਵਸ ਅੱਜ 15 ਅਗਸਤ 2021 ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਤੇ ਰੋਪੜ ਜ਼ਿਲ੍ਹੇ ਦਾ ਪਿੰਡ ਹੈ ਰੌਲੂ ਮਾਜਰਾ। ਇੱਥੇ ਬਹੁਤ ਇਕੱਠ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਬਹੁਤ ਸਾਰੇ ਲੋਕ ਇਕੱਠੇ ਹੋਏ ਆ। 15 ਅਗਸਤ ਦਾ ਦਿਨ ਹੈ, ਬਹੁਤ ਸਾਰੀਆਂ ਥਾਵਾਂ ਤੇ ਲੋਕ ਇਕੱਠੇ ਹੋਏ ਨੇ ਜਸ਼ਨ ਮਨਾਉਣ ਦੇ ਲਈ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਇਕੱਠ ਕਿਸ ਸੰਬੰਧ ਵਿੱਚ ਰੱਖਿਆ ਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ। ਹਾਂਜੀ, ਤੁਸੀਂ ਸਾਡੇ ਕੋਲ ਖਬਰ ਕਰਨ ਵਾਸਤੇ ਪਿੰਡ ਰੌਲੂ ਮਾਜਰੇ ਪਹੁੰਚੇ ਜੀ। ਦੂਜੀ ਗੱਲ ਇਹ ਹੈ ਕਿ ਪਿਛਲੇ 9 ਮਹੀਨਿਆਂ ਤੋਂ ਹਾਂਜੀ, ਕਿਸਾਨ ਅੰਦੋਲਨ ਚੱਲ ਰਿਹਾ। ਜਿਹੜੇ ਕਾਲੇ ਕਾਨੂੰਨ ਸਰਕਾਰ ਨੇ ਬਣਾਏ ਨੇ ਸਾਨੂੰ ਬਿਨਾਂ ਪੁੱਛੇ ਤੇ ਉਹਨਾਂ ਨੂੰ ਰੱਦ ਕਰਾਉਣ ਦੇ ਲਈ, ਤੇ ਦਿੱਲੀ 'ਚ ਅਸੀਂ ਧਰਨੇ ਲਾਈ ਬੈਠੇ ਹਾਂ। ਲੱਖਾਂ ਸਾਡਾ ਕਿਸਾਨ ਉੱਥੇ ਬੈਠਾ ਹੈ ਤੇ 696 ਕਿਸਾਨ ਸਾਡਾ ਉੱਥੇ ਸ਼ਹੀਦ ਹੋ ਚੁੱਕਿਆ ਹੈ। ਪਰ ਸਰਕਾਰ ਦੇ ਹਾਲੇ ਤੱਕ ਕੰਨਾਂ 'ਚ ਕੋਈ ਜੂੰ ਨਹੀਂ ਸਰਕਦੀ ਹੈਗੀ। ਤੇ ਇੱਕ ਗੱਲ ਜਿਹੜੀ ਅਸੀਂ ਜ਼ਿਆਦੇ ਵਾਸਤੇ ਲੜਦੇ ਹਾਂ, ਜ਼ਿਆਦੇ ਵਾਸਤੇ ਅਸੀਂ ਅੜਦੇ ਹਾਂ। ਸਰਕਾਰ ਕਹਿੰਦੇ ਆ ਕਾਨੂੰਨ ਇਹ ਤੁਸੀਂ ਸੋਧ ਕਰਾ ਲਓ। ਸਾਡਾ ਕਹਿਣਾ ਇਹ ਹੈ ਵੀ ਕਾਨੂੰਨ ਸੋਧ ਕਰਨ ਦਾ ਤਾਂ ਸਵਾਲ ਤਾਂ ਪੈਦਾ ਹੁੰਦਾ ਜੇ ਤੁਹਾਨੂੰ ਪਾਵਰ ਹੋਵੇ ਕਾਨੂੰਨ ਬਣਾਉਣ ਦੀ। ਸੈਂਟਰ ਕੋਲ ਪਾਵਰ ਹੈ ਨਹੀਂ ਖੇਤੀ ਸੰਬੰਧੀ ਕਾਨੂੰਨ ਬਣਾਉਣ ਦੀ, ਇਹ ਪਾਵਰ ਹੈ ਸਟੇਟ ਕੋਲ। ਸਟੇਟ ਕਾਨੂੰਨ ਬਣਾਵੇ
ਔਰ ਦੂਜਾ UN ਦਾ ਮਤ ਹੈ ਕਿ ਕਿਸਾਨਾਂ ਖਾਤਰ ਜੇ ਕੋਈ ਕਾਨੂੰਨ ਬਣਾਉਣਾ ਕਿਸੇ ਸਰਕਾਰ ਨੇ ਉਹਨਾਂ ਦੀ ਪਹਿਲਾਂ ਸਹਿਮਤੀ ਲਓ ਕਿ ਆਹ ਅਸੀਂ ਕਾਨੂੰਨ ਤੁਹਾਡੇ ਲਈ ਬਣਾਉਣਾ ਚਾਹੁੰਦੇ, ਤੁਹਾਨੂੰ ਠੀਕ ਹੈ। ਅਗਰ ਅਸੀਂ ਕਹਾਂਗੇ ਸਾਨੂੰ ਠੀਕ ਹੈ ਬਣਾ ਦਿਓ, ਅਗਰ ਅਸੀਂ ਕਹੂੰਗੇ ਨਹੀਂ ਠੀਕ ਸਾਨੂੰ ਨਾ ਬਣਾਓ। ਇਸ ਕਰਕੇ ਸਾਨੂੰ ਬਿਨਾਂ ਪੁੱਛੇ ਤੇ ਬਿਨਾਂ ਸਾਡੀ ਸਹਿਮਤੀ ਲਏ ਤੇ ਬਿਨਾਂ ਸਾਨੂੰ ਦੱਸਿਓ ਲੋਕਡਾਊਨ ਦੀ ਆੜ ਦੇ ਵਿੱਚ ਮੋਦੀ ਸਰਕਾਰ ਨੇ ਇਹ ਕਾਲੇ ਕਾਨੂੰਨ ਬਣਾ ਦਿੱਤੇ ਜਿਹੜੇ ਕਿ ਕਿਸਾਨਾਂ ਦੇ ਵਿਰੁੱਧ ਨੇ। ਹੁਣ ਤੱਕ ਇਹੀ ਲੱਗਦਾ ਸੀ ਔਰ ਵੀ ਕਿਸਾਨਾਂ ਦੇ ਵਿਰੁੱਧ ਹੈ, ਪਰ ਜੇ ਇਹਨੂੰ ਅਸੀਂ ਪੜ੍ਹਾਂਗੇ ਇਹ ਲਾਗੂ ਹੋਣਗੇ ਤਾਂ ਇਹ ਸਾਰੇ ਸਮਾਜ ਦੇ ਵਿਰੁੱਧ ਨੇ, ਕਿਉਂਕਿ ਕਿਸਾਨੀ ਤੋਂ ਸਾਰੀ ਅਨਾਜ ਕੱਚਾ ਮਟੀਰੀਅਲ ਪੈਦਾ ਹੋ ਕੇ ਇੰਡਸਟਰੀਆਂ 'ਚ ਵੀ ਜਾਂਦਾ ਹੈ, ਲੋਕਾਂ ਦੇ ਢਿੱਡਾਂ 'ਚ ਵੀ ਜਾਂਦਾ ਹੈ, ਜਾਨ ਵੀ ਇਹਦੇ ਵਿੱਚ ਹੈ ਅੰਨ 'ਚ। ਸੋ ਇਸ ਕਰਕੇ ਅੰਨ ਦਾ ਜਿਹੜਾ ਇਹਨਾਂ ਨੇ ਇੱਕ ਸੈਕਟਰ ਰਹਿੰਦਾ ਸੀ ਅਡਾਨੀ ਅਬਾਨੀਆਂ ਤੋਂ ਪਾਸੇ, ਉਹਨੂੰ ਇਹਨਾਂ ਨੇ ਕਾਬੂ ਕਰਨ ਦੇ ਲਈ ਇਹ ਕਾਨੂੰਨ ਬਣਾਏ ਨੇ ਔਰ ਇਹ ਬਹੁਤ ਗਲਤ ਕਾਨੂੰਨ ਨੇ, ਕਾਲੇ ਕਾਨੂੰਨ ਨੇ। ਇਸ ਕਰਕੇ ਅਸੀਂ ਇਹਨਾਂ ਨੂੰ ਰੱਦ ਕਰਾ ਕੇ ਹਟਾਂਗੇ ਔਰ ਸਰਕਾਰ ਨੂੰ ਰੱਦ ਕਰਨੇ ਹੀ ਪੈਣਗੇ। ਅੱਜ ਦਾ ਜਿਹੜਾ ਇਕੱਠ ਹੈ ਜੀ ਤੁਹਾਡਾ, ਇਹਦਾ ਪਰਪਸ ਕੀ ਹੈ? ਇਹ ਕਾਹਦੇ ਲਈ ਕੀਤਾ ਤੁਸੀਂ? ਅੱਜ ਇੱਕ ਤਾਂ ਜਿਹੜਾ ਆਜ਼ਾਦੀ ਦਾ ਦਿਹਾੜਾ ਹੈਗਾ 15 ਅਗਸਤ ਹੈ, ਉਹਦੇ ਲਈ ਅਸੀਂ ਚਮਕੌਰ ਸਾਹਿਬ ਆਪਣੀ ਸਬ ਡਿਵੀਜ਼ਨ ਤੇ ਆਲ ਇੰਡੀਆ ਲੈਵਲ ਤੇ ਅਸੀਂ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਰੋਸ ਮਾਰਚ ਕਰ ਰਹੇ ਹਾਂ। ਅਸੀਂ ਹੁਣ ਇੱਥੋਂ ਚਮਕੌਰ ਸਾਹਿਬ ਜਾਣਾ ਹੈ, ਉੱਥੇ ਰੋਸ ਮਾਰਚ 'ਚ ਭਾਗ ਲੈਣਾ ਹੈ ਤੇ ਕਿਸਾਨੀ ਦੇ ਝੰਡੇ ਲੈ ਕੇ, ਤਿਰੰਗੇ ਝੰਡੇ ਲੈ ਕੇ ਅਸੀਂ ਮਾਰਚ ਕਰਨਾ ਬਾਜ਼ਾਰਾਂ 'ਚ। ਤੇ ਜਿਹੜੀ ਸਾਡੇ ਪਿੰਡ ਦੀ, ਮੇਰਾ ਆਪਣਾ ਪਿੰਡ ਹੈ ਇਹ, ਰਲੂ ਮੱਜਰੇ ਦੀ ਗੱਲ ਹੈ ਇਹ, ਸਾਡੇ ਇਸ ਏਰੀਏ ਦੇ ਵਿੱਚ ਬਹੁਤ ਲੋਕ ਅਵੇਅਰ ਨੇ, ਬਹੁਤ ਲੋਕਾਂ ਨੂੰ ਜਾਗਰਤੀ ਹੈ। ਉਹ ਸਾਰੇ ਦਿੱਲੀ ਵੀ ਜਾਂਦੇ ਨੇ, ਧਰਨਿਆਂ 'ਚ ਵੀ ਜਾਂਦੇ ਨੇ, ਹਰ ਥਾਂ ਜਾਂਦੇ ਨੇ ਤੇ ਸਾਡੇ ਪਿੰਡਾਂ 'ਚ ਬੋਰਡ ਲੱਗ ਰਹੇ ਨੇ ਕਿ ਅਸੀਂ ਜਿਹੜੇ ਸਿਆਸੀ ਲੋਕ ਹੈ ਇਹ ਅਸੀਂ ਪਿੰਡਾਂ 'ਚ ਨਹੀਂ ਵੜਨ ਦੇਣੇ, ਕਿਉਂਕਿ ਇਹਨਾਂ ਨੇ ਸਿਆਸਤ ਕੀਤੀ ਹੈ, ਵੋਟਾਂ ਲਈਆਂ ਤੇ ਆਪਣਾ ਰਾਜ ਕਰਿਆ, ਸਾਨੂੰ ਕੋਈ ਨਹੀਂ ਪੁੱਛਿਆ, ਇਹਨਾਂ ਨੇ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ। ਤੋ ਉਹਦੇ ਲਈ ਫਿਰ ਅਸੀਂ ਉਸ ਲੜੀ ਦੇ ਤਹਿਤ ਅੱਜ ਸਾਰੇ ਪਿੰਡ ਨੇ ਸਲਾਹ ਕਰਕੇ, ਸਾਰੇ ਪਾਰਟੀਆਂ ਦੇ ਬੰਦੇ ਹੁੰਦੇ ਹੀ ਆ ਵਿੱਚ, ਸਾਰਿਆਂ ਨੇ ਇੱਕ ਮਤ ਹੋ ਕੇ ਪਿੰਡ ਦੇ ਨਾਲ ਖੜ ਕੇ ਇਹ ਬੋਰਡ ਲਾਏ ਨੇ ਕਿ ਸਾਡੇ ਪਿੰਡ ਕੋਈ ਵੀ ਸਿਆਸੀ ਪਾਰਟੀ ਦਾ ਬੰਦਾ ਐਂਟਰ ਨਾ ਹੋਵੇ। ਅਗਰ ਕੋਈ ਬੰਦਾ ਐਂਟਰ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਅਸੀਂ ਉਹਦੀ ਸਪੀਡ ਚੈੱਕ ਕਰਾਂਗੇ। ਬੰਦੇ ਤਿਆਰ ਨੇ, ਨੌਜਵਾਨ ਤਿਆਰ ਨੇ, ਉਹਦੀ ਸਪੀਡ ਚੈੱਕ ਹੋਊਗੀ ਵੀ ਕਿੰਨਾ ਕੁ ਭੱਜਦਾ ਉਹ, ਜਿਵੇਂ ਬਾਹਰ ਹੁੰਦੀ ਹੈ। ਸੋ ਇਸ ਕਰਕੇ ਕੋਈ ਬੰਦਾ ਇੱਥੇ ਸਾਡੇ ਐਂਟਰੀ ਕਰਨ ਦੀ ਕੋਸ਼ਿਸ਼ ਨਾ ਕਰੇ। ਤੇ ਭਾਜਪਾ ਵਾਲਿਆਂ ਦਾ ਬਹੁਤ ਬੁਰਾ ਹਾਲ ਹੈ ਤੇ ਇਸੇ ਤਰ੍ਹਾਂ ਕਾਂਗਰਸ ਪਾਰਟੀ ਦਾ ਬਹੁਤ ਬੁਰਾ ਹਾਲ ਹੈ। ਸਾਰੀਆਂ ਪਾਰਟੀਆਂ ਭਾਵੇਂ ਕੋਈ ਵੀ ਹੈ ਜਿਹੜੀ ਪਾਵਰ 'ਚ ਆਈ ਹੈ, ਤੇ ਸਾਨੂੰ ਇਸ, ਮੈਨੂੰ ਕਹਿਣ 'ਚ ਕੋਈ ਗਰੇਜ ਨਹੀਂ, ਸਾਨੂੰ ਸਾਡੇ ਪਿੰਡ ਨੂੰ ਖਾਸ ਕਰਕੇ ਚਰਨਜੀਤ ਚੰਨੀ ਤੇ ਬਹੁਤ ਰੋਸ ਹੈ, ਕਿਉਂਕਿ ਉਹਨੇ 3 ਵਾਰ ਸਾਡੇ ਨਾਲ ਵਾਅਦਾ ਕੀਤਾ। ਸਾਡੀ ਫੋਕਲ ਪੁਆਇੰਟ ਦੀ ਜ਼ਮੀਨ ਹੈ 16 ਕਿੱਲੇ 15 ਕਿੱਲੇ, ਵੀ ਅਸੀਂ ਮੰਗ ਕਰਦੇ ਸੀ ਸਾਨੂੰ ਸਾਡੀ ਵਾਪਸ ਕਰੋ। ਅਸੀਂ ਸਰਕਾਰ ਨੂੰ ਦੇ ਬੈਠੇ ਸੀ ਗਲਤੀ ਨਾਲ ਪੰਚਾਇਤ ਵੱਲੋਂ, ਤੇ ਉਹ ਸਾਨੂੰ 3 ਵਾਰ ਹੋ ਗਏ ਲਾਰਾ ਲਾਉਂਦੇ ਨੂੰ। ਪਹਿਲਾਂ ਆਜ਼ਾਦ MLA ਬਣਿਆ, ਫਿਰ MLA ਬਣਿਆ, ਹੁਣ ਮੰਤਰੀ ਬਣ ਗਿਆ ਔਰ ਹਰ ਵਾਰ ਆ ਕੇ ਕਹਿੰਦਾ ਵੋਟਾਂ 'ਚ ਕਿ ਤੁਸੀਂ ਮੈਨੂੰ ਵੋਟਾਂ ਪਾਓ, ਤੁਹਾਡਾ ਫੋਕਲ ਪੁਆਇੰਟ ਦੀ ਜ਼ਮੀਨ ਮੈਂ ਪੰਚਾਇਤ ਦੇ ਨਾਂ ਕਰਾ ਦੂੰਗਾ, ਜਿਵੇਂ ਕਿ ਸਰਕਾਰ ਦੇ ਤੁਸੀਂ ਨਾਂ ਕਰਾਈ ਹੈ ਉਵੇਂ ਹੀ ਫ੍ਰੀ ਆਫ ਕਾਸਟ। ਸੋ ਇਸ ਕਰਕੇ ਉਹ ਸਾਡਾ ਵਾਅਦਾ ਨਹੀਂ ਪੂਰਾ ਹੋਇਆ। ਤੇ ਦੂਜਾ, ਕਿਸਾਨੀ ਅੰਦੋਲਨ ਦੇ ਦੌਰਾਨ ਅਸੀਂ ਅੱਕੇ ਪਏ ਹਾਂ, ਅਸੀਂ ਬਹੁਤ ਗੁੱਸੇ 'ਚ ਹੈ ਕਿਸਾਨ, ਕਿਉਂਕਿ ਕਿਸਾਨ ਦਾ ਗਲ ਘੁੱਟ ਹੋ ਰਿਹਾ ਹੈ, ਕਿਸਾਨ ਮਰ ਰਿਹਾ ਹੈ। ਇਸ ਕਰਕੇ ਅਸੀਂ ਹੁਣ ਚਾਹੁੰਦੇ ਵੀ ਮਰਨਾ ਤਾਂ ਹੈਗਾ ਹੀ, ਲੜ ਕੇ ਮਰੋ। ਪਰ ਸੰਯੁਕਤ ਕਿਸਾਨ ਮੋਰਚੇ ਨੇ ਤਾਂ ਸਿਰਫ ਇਕੱਲਾ ਭਾਜਪਾ ਦਾ ਵਿਰੋਧ ਕਰਨ ਲਈ ਕਿਹਾ ਸੀ, ਵੀ ਤੁਸੀਂ ਸਾਰਿਆਂ ਦੀ ਕਰਤਾ ਜੀ। ਦੇਖੋ, ਇਹ ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਕਾਂਗਰਸ ਦਾ ਵਿਰੋਧ ਨਹੀਂ ਕਰਨਾ, ਤੁਸੀਂ ਆਪ ਦਾ ਵਿਰੋਧ ਨਹੀਂ ਕਰਨਾ। ਉਹਨਾਂ ਨੇ ਪਹਿਲਾ ਸਟੈਪ ਲਿਆ ਵੀ ਤੁਸੀਂ ਭਾਜਪਾ ਦਾ ਵਿਰੋਧ ਕਰਨਾ, ਕਿਉਂਕਿ ਭਾਜਪਾ ਦੀ ਸੈਂਟਰ 'ਚ ਸਰਕਾਰ ਹੈ। ਬਾਕੀ ਤੁਸੀਂ, ਉਹਨਾਂ ਨੇ ਸਾਡੇ ਇਕਾਈਆਂ ਤੇ ਛੱਡਤਾ, ਜ਼ਿਲ੍ਹਿਆਂ ਤੇ ਛੱਡਤਾ ਕਿ ਅਗਰ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਹਾਡੇ ਬਿਲਕੁਲ ਕੋਈ ਖਿਲਾਫ ਜਾ ਰਿਹਾ ਹੈ ਤਾਂ ਉਹਦਾ ਵੀ ਤੁਸੀਂ ਵਿਰੋਧ ਕਰ ਸਕਦੇ ਹੋ। ਇਸ ਕਰਕੇ ਅਸੀਂ ਇਹ ਬੋਰਡ ਵੀ ਲਾਏ ਨੇ। ਅਸੀਂ ਕੋਈ ਵੀ ਸਿਆਸੀ ਪਾਰਟੀ ਦਾ ਇੱਥੇ ਜਿਹੜਾ ਕੋਈ ਅਹੁਦੇਦਾਰ ਹੈ ਉਹ ਐਂਟਰ ਨਹੀਂ ਹੋਣ ਦੇਣਾ। ਔਰ ਖਾਸ ਕਰਕੇ ਚੰਨੀ, ਪਿਛਲੇ ਦਿਨ ਇਹਨਾਂ ਨੇ ਭਾਜਪਾ ਦੇ ਇੱਕ ਡਰਾਮੇਬਾਜ਼ ਦਾ ਪ੍ਰਧਾਨ ਬਣਾਤਾ ਨਵਜੋਤ ਸਿੰਘ ਸਿੱਧੂ। ਉਹਦੇ ਅੱਲੇ ਪੱਲੇ ਕੁਛ ਨਹੀਂ ਹੈਗਾ, ਡਰਾਮੇਬਾਜ਼ ਬੰਦਾ ਹੈ, ਕਮੇਡੀਅਨ ਬੰਦਾ ਹੈ। ਤੇ ਉਹਨੂੰ ਲੈ ਕੇ ਇਹ ਢੋਲ ਢਮੱਕਿਆਂ ਨਾਲ DJ ਬੁਲਾ ਕੇ ਗੀਤ ਲਵਾ ਕੇ ਗੁਰਦੁਆਰਾ ਸਾਹਿਬ ਕਤਲਗੜ੍ਹ ਮੱਥਾ ਟੇਕਣ ਆਇਆ। ਉੱਥੇ ਤਾਂ ਪ੍ਰਧਾਨ ਬਣ ਗਿਆ, ਠੀਕ ਹੈ, ਉਹਨਾਂ ਦੀ ਪਾਰਟੀ ਦਾ ਮਸਲਾ ਹੈ, ਮੱਥਾ ਟੇਕਣ ਆਵੇ, ਨਿਮਰਤਾ ਨਾਲ ਆਵੇ, ਆਪਣਾ ਪਰਿਵਾਰ ਨੂੰ ਲੈ ਕੇ ਆਵੇ। ਤੇ ਉੱਥੇ ਕੁਛ ਸਾਡੇ ਕਿਸਾਨਾਂ ਨੇ ਉਹਦਾ ਵਿਰੋਧ ਕਰਿਆ। ਇਹਨਾਂ ਨੇ, ਚੰਨੀ ਨੇ ਪਰਚੇ ਦਰਜ ਕਰੇ ਉਹਨਾਂ ਕਿਸਾਨਾਂ ਦੇ। ਫਿਰ ਇਹਨੇ ਕਿਹਾ, ਸਟੇਟਮੈਂਟ ਦਿੱਤੀ ਹੈ ਵੀ ਇਹ ਤਾਂ ਕਿਸਾਨ ਹੀ ਨਹੀਂ ਹੈਗੇ, ਇਹ ਤਾਂ ਬਹੁ ਰੂਪੀ ਹੈ। ਹਾਲਾਂਕਿ ਸਾਡੇ ਹੀ ਕਿਸਾਨ ਸੀ, ਉਹ ਸਾਡੇ ਹੀ ਮੁੰਡੇ ਸੀਗੇ, ਸਾਡੇ ਅਹੁਦੇਦਾਰ ਸੀਗੇ। ਇਹਨੇ ਸਟੇਟਮੈਂਟ ਦਿੱਤੀ ਹੈ ਵੀ ਉਹ ਤਾਂ ਬਹੁ ਰੂਪੀ ਹੈ, ਕਿਸਾਨ ਤਾਂ ਹੈ ਉਹ ਨਹੀਂ। ਸੋ ਅਸੀਂ ਕਿਸਾਨ ਹੈ, ਕਿਸਾਨ ਲੜ ਰਿਹਾ ਹੈ, ਕਿਸਾਨ ਲੜੇਗਾ, ਜਿੱਤ ਪ੍ਰਾਪਤ ਕਰੇਗਾ। ਬਹੁ ਰੂਪੀਆ ਹੈਗੇ ਸਿਆਸੀ ਲੋਕ, ਬਹੁ ਰੂਪੀਆ ਹੈਗਾ ਚੰਨੀ, ਜਿਹਨੇ 3 ਵਾਰ ਇੱਥੇ ਸਾਡੇ ਤੋਂ ਵੋਟਾਂ ਲਈਆਂ, ਇਹ ਕਹਿ ਕੇ ਤੁਹਾਡਾ ਅਸੀਂ ਫੋਕਲ ਪੁਆਇੰਟ ਵਾਸ ਦੇਵਾਂਗੇ, ਤੁਹਾਡੀਆਂ ਗਲੀਆਂ ਨਾਲੀਆਂ ਬਣਾਵਾਂਗੇ, ਇੱਥੇ ਤੁਹਾਡੇ ਕਾਲਜ ਖੋਲ੍ਹਾਂਗੇ, ਇੱਥੇ ਤੁਹਾਡੇ ਸਟੇਡੀਅਮ ਬਣਾਵਾਂਗੇ। ਬਹੁ ਰੂਪੀਆ ਉਹ ਹੈ ਜਿਹੜਾ ਕਿ ਕਾਂਗਰਸ ਦਾ ਮੈਂਬਰ ਸੀਗਾ, ਆਜ਼ਾਦ ਲੜਿਆ।
ਬਹੁਤ ਰੁਪਇਆ ਉਹ ਹੈ ਜਿਹੜਾ ਕੈਪਟਨ ਨੂੰ ਛੱਡ ਕੇ ਬਾਜਵਾ ਨਾਲ ਚਲੇ ਗਿਆ। ਫਿਰ ਇਹ ਵਿਰੋਧੀ ਦਾ ਨੇਤਾ ਬਣਿਆ ਪੰਜਾਬ ਵਿਧਾਨ ਸਭਾ ਵਿੱਚ। ਹੁਣ ਇਹਨੇ ਬਾਜਵਾ ਵੀ ਛੱਡਤਾ, ਹੁਣ ਇਹ ਬਣਨ ਨੂੰ ਫਿਰਦਾ ਮੁੱਖ ਮੰਤਰੀ ਪੰਜਾਬ। ਇਹਨੂੰ ਕਦੇ ਨਹੀਂ ਬਣਨ ਦੇਵਾਂਗੇ, ਨਾ ਇਸ ਸੁਪਨੇ ਲਵੇ। ਇਸ ਕਰਕੇ ਸਾਡਾ ਰੋਸ ਜ਼ਿਆਦਾ ਇਸ ਪ੍ਰਤੀ ਹੈ। ਜਿਹੜੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਸਾਰੀਆਂ ਪਾਰਟੀਆਂ ਪ੍ਰਤੀ ਤੁਹਾਡਾ ਰੋਸ ਆ, ਪਰ ਤੁਸੀਂ ਐਲੀਗੇਸ਼ਨ ਇਹ ਲਾਉਂਦੇ ਹੋ ਕਿ ਤੁਹਾਡੇ ਪਿੰਡ ਦੀ ਜਿਹੜੀ ਜ਼ਮੀਨ ਸੀਗੀ ਉਹ ਫੋਕਲ ਪੁਆਇੰਟ ਦੇ ਜਿਹੜੀ ਹੈ ਦੱਬੀ ਗਈ ਸੀ, ਵੀ ਸਰਕਾਰ ਨੂੰ ਤੁਸੀਂ ਦੇਤੀ ਸੀ, ਤੁਸੀਂ ਵਾਪਸ ਚਾਹੁੰਦੇ ਹੋ ਜ਼ਮੀਨ ਆਪਣੀ। ਉਸ ਦੇ ਰੋਸ ਵਜੋਂ ਤੁਸੀਂ ਅੱਜ ਇਕੱਠੇ ਹੋ ਗਏ ਜਾਂ ਫਿਰ ਜਾਗਰਤੀ ਵਾਕਿਆ ਹੀ ਆਈ ਆ, ਸਾਰੇ ਪਿੰਡਾਂ ਦਾ ਜ਼ਮੀਰ ਜਾਗਿਆ? ਨਹੀਂ, ਇਹ ਤਾਂ ਕੁੱਲ ਹਿੰਦੁਸਤਾਨ ਲੈਵਲ ਤੇ ਹੀ ਹੈ। ਜਿਹੜਾ ਰੋਸ ਹੈ ਇਹ ਹਿੰਦੁਸਤਾਨ ਲੈਵਲ ਤੇ ਹੀ ਹੈ। ਅਸੀਂ ਤਾਂ ਇਹ ਗੱਲ ਇੱਕ ਨਾਲ ਆਪਣੇ ਪਿੰਡ ਦੀ ਐਡ ਕਰਤੀ, ਕਿਉਂਕਿ ਸਾਡਾ ਪਿੰਡ ਹੈ, ਅਸੀਂ ਆਪਣੇ ਪਿੰਡ 'ਚ ਵੋਟ ਲਾਏ ਨੇ, ਆਪਣੇ ਪਿੰਡ 'ਚ ਅਸੀਂ ਐਂਟਰੀ ਬੰਦ ਕੀਤੀ ਹੈ। ਇਸ ਕਰਕੇ ਸਾਨੂੰ ਜਿਹੜੀ ਪਾਵਰ 'ਚ ਪਾਰਟੀ ਹੈ ਜਾਂ 3 ਵਾਰ ਅਸੀਂ MLA ਇੱਥੋਂ ਬਣਾਇਆ ਹੁਣ ਰੀਸੈਂਟਲੀ, ਉਹਦੇ ਪ੍ਰਤੀ ਸਾਨੂੰ ਜ਼ਿਆਦਾ ਰੋਸ ਹੈ, ਜ਼ਿਆਦਾ ਗੁੱਸਾ ਹੈ। ਇਸ ਕਰਕੇ ਅਸੀਂ ਇਹ ਸਪੈਸ਼ਲ ਕਹਿ ਰਹੇ ਹਾਂ ਕਿ ਅਸੀਂ ਚੰਨੀ ਦੀ ਸਪੀਡ ਚੈੱਕ ਕਰਾਂਗੇ ਅਗਰ ਇੱਥੇ ਆ ਜਾਂਦਾ ਤਾਂ। ਤੇ ਬੋਰਡ ਮੈਂ ਦਿਖਾਉਣਾ ਚਾਹਾਂਗਾ ਕਿ ਬੋਰਡ ਲੱਗਿਆ ਹੋਇਆ, ਬੋਰਡ ਦੇ ਉੱਤੇ ਲਿਖਿਆ ਹੋਇਆ ਹੈ ਕਿ ਪਿਛਲੇ 74 ਸਾਲ ਤੋਂ ਆਮ ਲੋਕਾਂ ਦਾ ਖੂਨ ਚੂਸ ਰਹੇ ਤੇ ਪੰਜਾਬ ਨੂੰ ਕਰਜ਼ਾਈ ਕਰ 5-5 ਪੈਨਸ਼ਨਾਂ ਲੈਣ ਵਾਲੇ ਸਿਆਸੀ ਲੀਡਰਾਂ ਤੇ ਅਵਾਰਾ ਪਸ਼ੂਆਂ ਦਾ ਪਿੰਡ ਵਿੱਚ ਆਉਣਾ ਸਖਤ ਮਨਾ ਹੈ। ਤੇ ਤੁਸੀਂ ਲੀਡਰਾਂ ਤੇ ਅਵਾਰਾ ਪਸ਼ੂਆਂ ਨੂੰ ਇੱਕੇ ਥਾਂ ਕਰਤਾ ਜੀ। ਇਹ ਲੀਡਰਾਂ ਦੇ ਨਾਲ ਅਵਾਰਾ ਪਸ਼ੂ, ਇਹ ਕੀ ਗੱਲ ਹੋਈ ਜੀ? ਨਹੀਂ ਜੀ, ਗੱਲ ਇਹ ਹੈ ਵੀ ਜਿਹੜਾ ਲੀਡਰ ਹੈ, ਹਾਂਜੀ, ਲੀਡਰ ਸਿਆਸੀ ਪਾਰਟੀਆਂ ਲੈ ਕੇ, ਜਿਵੇਂ ਪ੍ਰਧਾਨ ਜੀ ਨੇ ਦੱਸਿਆ, ਹਾਂਜੀ, ਜਦੋਂ ਵੋਟਾਂ ਨੂੰ ਆਏ ਆ ਪਹਿਲੀ ਵਾਰ, ਉਹਨਾਂ ਨੇ ਇਹੀ ਵਾਅਦਾ ਕੀਤਾ ਸਾਡੇ ਨਾਲ ਵੀ ਸਾਨੂੰ ਵੋਟਾਂ ਪਾਓ, ਅਸੀਂ ਤੁਹਾਡਾ ਫੋਕਲ ਪੁਆਇੰਟ ਪੰਚਾਇਤ ਦੇ ਹਵਾਲੇ ਕਰ ਦਾਂਗੇ। ਪਰ ਲੇਕਿਨ ਕਈ ਵਾਰ ਅਖਬਾਰਾਂ 'ਚ ਵੀ ਆਈ ਹੈ, ਮੀਡੀਆ ਰਾਹੀਂ ਵੀ ਗੱਲ ਹੋਈ ਹੈ, ਸਪੈਸ਼ਲੀ ਜਾ ਕੇ ਵੀ ਆਏ ਉਹਨਾਂ ਕੋਲ ਵੀ ਸਾਨੂੰ ਸਾਡਾ ਚਲੋ ਜ਼ਮੀਨ ਗਲਤੀ ਨਾਲ ਬਜ਼ੁਰਗਾਂ ਤੋਂ ਦੇ ਹੋ ਗਈ। ਹਾਂਜੀ, ਹੁਣ ਉੱਥੇ ਜਾ ਕੇ ਤੁਸੀਂ ਦੇਖੋ, ਉੱਥੇ ਨਸ਼ਈਆਂ ਦਾ ਅੱਡਾ ਬਣਿਆ ਹੋਇਆ, ਕਈ ਮੌਤਾਂ ਹੋ ਲਈਆਂ ਉੱਥੇ, ਸੱਪ ਹੋਰ ਚੀਜ਼ਾਂ, ਤੁਸੀਂ ਪਤਾ ਨਹੀਂ ਕੀ ਕੁਛ ਹੈ। ਜੇ ਜ਼ਮੀਨ ਉੱਤੇ ਵਾਹੁਣ ਜੋਗੀ ਹੋਵੇ ਤੇ ਕਿਉਂ ਨਾ ਅਸੀਂ ਫਸਲ ਕਰੀਏ, ਸਾਡੇ ਪਿੰਡ ਨੂੰ ਇਨਕਮ ਵੀ। ਮੇਰਾ ਸਵਾਲ ਸੀਗਾ ਵੀ ਲੀਡਰਾਂ ਤੇ ਅਵਾਰਾ ਪਸ਼ੂਆਂ ਨੂੰ ਤੁਸੀਂ ਲਿਖਿਆ ਹੈ। ਦੇਖੋ ਅਵਾਰਾ ਪਸ਼ੂ ਤਾਂ ਪੜ੍ਹ ਨਹੀਂ ਸਕਦੇ, ਆ ਕੇ ਉਹਨਾਂ ਨੇ ਤਾਂ ਬੋਰਡ ਦੇਖਣਾ ਨਹੀਂ ਹੈਗਾ ਵੀ ਇਹ ਬੋਰਡ ਲੱਗਿਆ ਸੀ ਇੱਥੇ ਵੜਨਾ ਨਹੀਂ, ਤੇ ਤੁਸੀਂ ਲੀਡਰਾਂ ਨੂੰ ਰਿਲੇਟ ਕਰਤਾ ਅਵਾਰਾ ਪਸ਼ੂਆਂ ਨਾਲ, ਜਾਂ ਇਹ ਲਿਖਣ ਦਾ ਕਾਰਨ ਕੀ ਹੈ? ਚਲੋ ਮੈਂ ਇਹਨਾਂ ਤੋਂ ਇਹ ਸਵਾਲ ਲੈ ਲੈਣਾ। ਹਾਂਜੀ, ਤੁਹਾਡਾ ਸਵਾਲ ਹੈ ਕਿ ਸਿਆਸੀ ਲੀਡਰ ਹਾਂਜੀ ਔਰ ਅਵਾਰਾ ਪਸ਼ੂ ਹਾਂਜੀ, ਤੁਸੀਂ ਇੱਕੋ ਰਸੇ ਕਿਉਂ ਬੰਨੇ ਆ? ਅੱਗੇ ਆ ਜਾਓ। ਇਹਦਾ ਅਸੀਂ ਇਸ ਕਰਕੇ ਲਿਖਿਆ ਹੈ ਕਿ ਜਿਹੜੇ ਸਿਆਸੀ ਲੋਕ ਨੇ ਵੋਟਾਂ ਲੈ ਕੇ ਚਲੇ ਜਾਂਦੇ ਨੇ, ਮੁੜ ਕੇ ਲੋਕਾਂ ਦੀ ਬਾਤ ਨਹੀਂ ਪੁੱਛਦੇ। ਅਵਾਰਾ ਪਸ਼ੂਆਂ ਨਾਲ ਅਸੀਂ ਨੂੰ ਇਸ ਕਰਕੇ ਤੁਲਨਾ ਦਿੱਤੀ ਹੈ ਕਿ ਇਹ ਸਾਡੂ ਵੀ ਖਰਾਬ ਕਰਦੇ ਨੇ। ਇਹ ਸਾਡੀਆਂ ਫਸਲਾਂ ਲੈ ਜਾਂਦੇ ਨੇ ਅਵਾਰਾ ਪਸ਼ੂ, ਉਹ ਸਾਡੀਆਂ ਵੋਟਾਂ ਲੈ ਜਾਂਦੇ ਨੇ, ਤੇ ਉਹਦੇ ਵਿੱਚ ਸਾਨੂੰ ਵਾਪਸੀ ਕੁਛ ਨਹੀਂ ਹੁੰਦਾ ਹੈਗਾ। ਇਸ ਕਰਕੇ ਅਸੀਂ ਜਿਹੜੇ ਅਵਾਰਾ ਪਸ਼ੂ ਹੈ, ਇਹਨਾਂ ਦਾ ਨਾਲ ਇਹਨਾਂ ਦੇ ਇੱਕ ਐਗਜ਼ਾਮਪਲ ਹੈ ਇਹ ਕਿ ਜਸ ਲਈ ਕਿ ਅਵਾਰਾ ਪਸ਼ੂ ਨੇ, ਅਸੀਂ ਇਹਨੂੰ ਆਪਣੇ ਖੇਤ ਵਿੱਚ, ਆਪਣੇ ਪਿੰਡ ਵਿੱਚ ਇਹਨਾਂ ਨੂੰ ਨਹੀਂ ਐਂਟਰ ਹੋਣ ਦੇਣਾ। ਪਰ ਸਰਦਾਰ ਸਾਹਿਬ, ਨਵਜੋਤ ਸਿੰਘ ਸਿੱਧੂ ਤੁਸੀਂ ਕਿਹਾ ਕਿ ਚਲੋ ਇੱਥੇ ਆਏ ਆ, ਉਹਨਾਂ ਨੇ ਜੋ ਵੀ ਕੀਤਾ, ਕਿਸਾਨਾਂ ਨੇ ਵਿਰੋਧ ਕੀਤਾ, ਮੱਥਾ ਟੇਕਣ ਆਏ ਸੀ, ਸ਼ਾਨੋ ਸ਼ੌਕਤ ਨਾਲ ਆ ਗਏ ਸੀ, ਪਰ ਉਹ ਤਾਂ ਕਹਿ ਰਹੇ ਆ ਨਾ ਕਿ ਅਸੀਂ ਤਾਂ ਜੀ ਪੰਜਾਬ ਦਾ ਹੁਣ ਭਲਾ ਸੋਚਾਂਗੇ, ਅਸੀਂ 3 ਰੁਪਏ ਯੂਨਿਟ ਬਿਜਲੀ ਦੇਵਾਂਗੇ, ਅਸੀਂ ਪੰਜਾਬ ਦਾ ਇੱਕ ਨਵਾਂ ਮਾਡਲ ਲੈ ਕੇ ਆਵਾਂਗੇ, ਬੇਅਦਬੀਆਂ ਦੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਅਸੀਂ ਸਜ਼ਾ ਦੇਵਾਂਗੇ ਤੇ ਹਰ ਮਸਲਾ ਹੱਲ ਹੋਊਗਾ। ਫਿਰ ਤੁਸੀਂ ਨਵਜੋਤ ਸਿੰਘ ਸਿੱਧੂ ਤਾਂ ਆਪਣੇ ਆਪ ਨੂੰ ਬਹੁਤ ਵਧੀਆ ਕਹਿ ਰਹੇ, ਲੋਕ ਵੀ ਸਮਰਥਨ ਕਰ ਰਹੇ ਉਹਨਾਂ ਦਾ। ਸਿਰੇ ਦਾ ਕਮੇਡੀਅਨ 100% ਝੂਠ ਬੋਲਦਾ ਹੈ, ਉਹਦੇ ਕਿਸੇ ਗੱਲ ਪਰ ਅਸੀਂ ਯਕੀਨ ਹੀ ਨਹੀਂ ਕਰਦੇ। ਪਹਿਲਾਂ ਭਾਜਪਾ 'ਚ ਵੀ ਸੀਗਾ, ਕਹਿੰਦਾ ਕਾਂਗਰਸ ਬਹੁਤ ਮਾੜੀ ਆ, ਭਾਜਪਾ ਬਹੁਤ ਚੰਗੀ ਆ। ਹੁਣ ਉਹ ਭਾਜਪਾ 'ਚ ਆ ਗਿਆ, ਕਹਿੰਦਾ ਵੀ ਜਿਹੜੀ ਹੁਣ ਉਹ ਕਾਂਗਰਸ ਵਿੱਚ ਹੈ, ਕਹਿੰਦਾ ਭਾਜਪਾ ਸਭ ਤੋਂ ਮਾੜੀ ਪਾਰਟੀ ਹੈ, ਕਾਂਗਰਸ ਪਾਰਟੀ ਚੰਗੀ ਆ। ਕੱਲ ਨੂੰ ਕਿਸੇ ਹੋਰ ਵਿੱਚ ਚਲੇ ਜਾਊਗਾ, ਕਹੂਗਾ ਉਹ ਪਾਰਟੀਆਂ ਮਾੜੀਆਂ ਸੀ, ਆਹ ਪਾਰਟੀ ਚੰਗੀ ਹੈ। ਇਹਦਾ ਕੋਈ ਸਟੈਂਡ ਨਹੀਂ, ਪੂਰਾ ਸਿਆਸੀ ਬੰਦਾ ਇਹ, ਔਰ ਇਹਦਾ ਡਰਾਮੇਬਾਜ਼ੀ ਤੋਂ ਬਿਨਾਂ ਉਹਨੂੰ ਕੁਛ ਨਹੀਂ ਆਉਂਦਾ ਹੈਗਾ, ਸਿਰਫ ਅਹੁਦੇ ਦਾ ਲਾਲਚੀ ਹੈ। ਹੁਣ ਅਹੁਦਾ ਇਹਨੂੰ ਮਿਲ ਗਿਆ, ਹੁਣ ਸਾਰੇ ਕਹਿੰਦਾ ਮਸਲੇ ਹੱਲ ਕਰਾ ਦੂੰਗਾ, ਮਸਲਾ ਇੱਕ ਵੀ ਹੱਲ ਨਹੀਂ ਹੋਣਾ। ਇਹਦੇ ਕੋਲ ਕਿਹੜੀ ਪਾਵਰ ਹੈ? ਇਹ ਤਾਂ ਇੱਕ ਪਾਰਟੀ ਦਾ, ਪੰਜਾਬ ਦਾ ਪ੍ਰਧਾਨ ਹੈ, ਇੱਕ ਪਾਰਟੀ ਦਾ, ਉਹ ਪਾਰਟੀ ਦੀ ਸਰਕਾਰ ਹੈ। ਪਾਵਰ ਤਾਂ ਕੈਪਟਨ ਕੋਲ ਹੈ, ਪਾਵਰ ਮੰਤਰੀ ਮੰਡਲ ਕੋਲ ਹੈ। ਇਹ ਕੀ ਕਰੂਗਾ? ਇਹ ਕੁਝ ਵੀ ਨਹੀਂ, ਇਹ ਕੁਝ ਵੀ ਨਹੀਂ ਕਰ ਸਕਦਾ। ਇਹਦੇ ਮੈਂ ਤੁਹਾਡੇ ਕੋਲ ਆਉਣਾ, ਇੱਧਰ ਆ ਜਾਓ ਜੀ ਅੱਗੇ। 3 ਰੁਪਏ ਯੂਨਿਟ ਹੁਣ ਵੀ ਤਾਂ ਕਰ ਸਕਦਾ, ਸਰਕਾਰ ਤਾਂ ਉਹਨਾਂ ਦੀ ਹੋ ਜੀ ਅਸਲ। ਹੁਣ ਕਿਉਂ ਨਹੀਂ ਕਰ ਰਹੇ? ਉਹ 3 ਡਰਾਮੇਬਾਜ਼ੀ ਕਰੇ ਵੀ ਆਉਂਦੀ ਵਰਸ ਸੱਤਾ 'ਚ ਤਾਂ ਉਹੀ ਹੈ ਜੀ, ਕਾਂਗਰਸ ਹੈ ਸੱਤਾ 'ਚ ਤਾਂ। 3 ਰੁਪਏ ਯੂਨਿਟ ਹੁਣ ਕਰਕੇ ਦਿਖਾਵੇ, ਜੇ ਦਮ ਉਹਦੇ 'ਚ ਕਰਕੇ ਦਿਖਾਵੇ। ਇਹ ਝੂਠੇ ਲਾ ਰਹੇ। ਆਉਣ ਵਾਲੀ ਸੱਤਾ ਅਜੇ ਆਊਗੀ ਸੱਤਾ ਵੀ। ਹੁਣ ਕੀ ਕਰਿਆ ਤੁਸੀਂ? ਕਿਸੇ ਨੂੰ ਨੌਕਰੀ ਘਰ ਨੌਕਰੀ ਦਾ ਵਾਅਦਾ ਕਰੇ, ਉਹ ਨਹੀਂ ਮਿਲੀ। ਚਲੋ ਇਹਨਾਂ ਦੀ ਤਾਂ ਸਰਕਾਰ ਆਪਣੀ ਹੁਣ ਇਸ ਸਮੇਂ
ਹੈਗੀ ਆ ਜੀ, ਇਹਨਾਂ ਦੀ ਸਰਕਾਰ ਤਾਂ ਇਸ ਸਮੇਂ ਹੈ, ਸੱਤਾ ਦੇ ਵਿੱਚ ਹੈ, ਪਰ ਅੱਗੇ ਸੁਖਬੀਰ ਬਾਦਲ ਸਾਹਿਬ ਵੀ ਕਹਿ ਰਹੇ ਆ, ਅਕਾਲੀ ਦਲ ਵੀ ਅਸੀਂ 400 ਯੂਨਿਟ ਫ੍ਰੀ ਕਰਾਂਗੇ, ਉਹਨਾਂ ਦੇ ਵੀ ਵਾਅਦੇ ਆ। ਇਹ ਤਾਂ ਚਲੋ ਤੁਸੀਂ ਕਹਿ ਦਿੱਤਾ ਕਿ ਸੱਤਾ ਦੇ ਵਿੱਚ ਹੈ, ਕਰ ਨਹੀਂ ਰਹੇ, ਅਸੀਂ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ। ਫਿਰ ਸੁਖਬੀਰ ਬਾਦਲ ਸਾਹਿਬ ਕਹਿ ਰਹੇ ਆ, ਅਕਾਲੀ ਦਲ ਕਹਿ ਰਿਹਾ ਕਿ ਅਸੀਂ ਕਰਾਂਗੇ, ਉਹਨਾਂ ਦੇ ਉੱਤੇ ਕਿੱਦਾਂ ਦੇਖਦੇ ਹੋ? ਅਸੀਂ 10 ਸਾਲ ਪਿੱਛੇ ਅਕਾਲੀ ਦਲ ਦੀ ਵੀ ਸੱਤਾ ਰਹੀ ਹੈ ਜੀ। ਅਕਾਲੀ ਦਲ ਨੇ ਵੀ ਝੂਠੇ ਹੀ ਲਾਰੇ ਲਾਇਆ, ਹੋਰ ਕੁਝ ਨਹੀਂ ਕਰਿਆ, ਕੋਈ ਕੰਮ ਨਹੀਂ ਕਰਿਆ ਹੈ ਗਰਾਊਂਡ ਲੈਵਲ ਤੇ। ਠੀਕ ਹੈ ਜੀ, ਅਸੀਂ ਸਾਰੀਆਂ ਪਾਰਟੀਆਂ ਦੀ ਵਿਰੋਧ ਕਰਦੇ ਹਾਂ, ਬੀਜੇਪੀ ਵਾਲਿਆਂ ਦਾ ਵੀ ਵਿਰੋਧ ਕਰਦੇ ਹਾਂ, ਅਕਾਲੀ ਦਲ ਦਾ ਵੀ ਕਰਦੇ ਹਾਂ, ਕਾਂਗਰਸੀਆਂ ਦਾ ਵੀ ਕਰਦੇ ਹਾਂ, ਆਪ ਦਾ ਵੀ ਕਰਦੇ ਹਾਂ। ਠੀਕ ਹੈ ਜੀ, ਇਹ ਸਾਨੂੰ ਝੂਠੇ ਲਾਰੇ ਲਾ ਕੇ ਸਾਨੂੰ ਬਗਲਾ ਕੇ ਸਾਡੀਆਂ ਵੋਟਾਂ ਲੈ ਸਕਦੇ, ਕੰਮ ਕੋਈ ਨਹੀਂ ਕਰਦੇ ਗਰਾਊਂਡ ਲੈਵਲ ਤੇ ਜੀ। ਇਹ ਕੇਜਰੀਵਾਲ ਸਾਹਿਬ ਤਾਂ ਕਹਿ ਰਹੇ ਆ ਵੀ ਅਸੀਂ ਦਿੱਲੀ ਵਾਲਾ ਮਾਡਲ ਇੱਥੇ ਬਣਾਉਣਾ, ਪੰਜਾਬ ਨੂੰ ਵਧੀਆ ਬਣਾ ਦੇਣ, ਰੱਖ ਕੇ ਜੋ ਦਿੱਲੀ ਚੱਲਦਾ ਸਾਰਾ ਕਰ ਦਾਂਗੇ ਇੱਥੇ। ਦਿੱਲੀ ਮਾਡਲ ਕਿਹਨੇ ਦੇਖਿਆ ਜੀ? ਸਾਡੇ ਤਾਂ ਕਿਸੇ ਕਿਸਾਨ ਨੇ ਦੇਖਿਆ ਨਹੀਂ ਜੀ ਦਿੱਲੀ ਮਾਡਲ। ਪੰਜਾਬ ਦੀ ਗੱਲ ਕਰੇ ਨਾ, ਸਾਡੇ ਵਿੱਚ ਆ ਕੇ ਗੱਲ ਕਰੇ ਨਾ ਕੇਜਰੀਵਾਲ ਵੀ, ਜਦੋਂ ਦੇਖਾਂਗੇ, ਜਦੋਂ ਕਹਿੰਦਾ ਵੀ ਉਹ ਕਰਾਂਗੇ ਵੀ ਜੇ ਸਰਕਾਰ ਦੇਖਦੇ ਕਿਹਦੀ ਆਉਂਦੀ ਆ। ਇਹ ਤਾਂ ਸਭ ਝੂਠੇ ਲਾ ਰਹੇ ਨੇ ਜੀ ਲੀਡਰਾਂ ਦੇ, ਹੋਰ ਕੁਝ ਨਹੀਂ ਹੋ ਰਿਹਾ। ਤੁਸੀਂ ਗਰਾਊਂਡ ਲੈਵਲ ਤੇ ਦੇਖ ਲਓ ਕੀ ਕਰਿਆ ਸਾਡੇ ਪਿੰਡ 'ਚ। ਕਹਿੰਦੇ ਜੀ ਹੁਣ ਬਹੁਤ ਗਰਾਂਟਾਂ ਆ ਰਹੀਆਂ, ਬਹੁਤ ਕੁਝ ਹੋ ਰਿਹਾ। ਕੀ ਗਰਾਂਟਾਂ ਕਿ ਆਹ ਦੇਖ ਲਓ ਸਾਹਮਣੇ ਕੱਚੀ ਪਈ ਹੈ ਜੀ। ਸਾਡੇ 70 ਸਾਲ ਹੋ ਗਿਆ ਨਹੀਂ ਪਿਆ। ਇਹਨਾਂ ਸਾਰੀਆਂ ਪਾਰਟੀਆਂ ਨੂੰ 74 ਸਾਲ ਹੋ ਗਏ ਸਾਨੂੰ ਬੁੱਧੂ ਬਣਾਉਂਦਿਆਂ ਨੂੰ, ਪਰ ਹੁਣ ਅਸੀਂ ਬੁੱਧੂ ਨਹੀਂ ਬਣਨਾ, ਬਣ ਲਏ ਬਹੁਤ ਬਣ ਲਏ। ਠੀਕ ਹੈ ਜੀ, ਹੁਣ ਇਹਨਾਂ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਸਾਰੀ ਪਾਰਟੀਆਂ ਦਾ। ਵੀਰ ਜੀ ਅੱਜ ਦਾ ਮੇਨ ਪ੍ਰੋਗਰਾਮ ਹੈ, ਅਸੀਂ ਸਾਰੀ ਸਿਆਸੀ ਪਾਰਟੀਆਂ ਦਾ ਬਾਈਕਾਟ ਕਰਦੇ ਹਾਂ। ਕੋਈ ਵੀ ਸਾਨੂੰ ਕਿਸੇ ਨਾਲ ਕੋਈ ਨਿੱਜੀ ਸਾਡਾ ਬੈਰ ਵਿਰੋਧ ਨਹੀਂ ਹੈਗਾ, ਬਟ ਕੋਈ ਵੀ ਜਿਹੜਾ ਸਿਆਸੀ ਲੀਡਰ ਸਾਡੇ ਪਿੰਡ 'ਚ ਆਊਗਾ, ਕਿਸੇ ਵੀ ਪਾਰਟੀ ਦਾ ਹੋਵੇ, ਅਸੀਂ ਉਹਦਾ ਵਿਰੋਧ ਕਰਾਂਗੇ। ਬਸ ਮੇਨ ਫਾਈਨਲ ਸਾਡਾ ਮੁੱਦਾ ਇਹ ਹੈ ਜੀ ਅੱਜ ਦਾ। ਪੰਜਾਬ ਦਾ ਜਿਹੜਾ ਜਦ ਤੱਕ ਸਾਡੇ ਕਾਲੇ ਕਾਨੂੰਨ ਨਹੀਂ ਰੱਦ ਹੁੰਦੇ, ਅਸੀਂ ਕੋਈ ਲੀਡਰ ਕਿਸੇ ਵੀ ਪਾਰਟੀ ਦਾ ਅਸੀਂ ਆਪਣੇ ਪਿੰਡ 'ਚ ਵੜਨ ਨਹੀਂ ਦੇਣਾ ਜੀ। ਬਸ ਅੱਛਾ, ਇਹ ਕਾਲੇ ਕਾਨੂੰਨ ਰੱਦ ਹੋਣ ਤੱਕ ਨਹੀਂ ਵੜਨ ਦੇਣਾ ਜਾਂ ਪੱਕਾ ਹੀ ਬਾਈਕਾਟ ਕੀਤਾ? ਵੀਰ ਜੀ, ਜੇ ਸਾਨੂੰ ਬਾਅਦ 'ਚ ਵੀ ਇਹ ਤੰਗ ਕਰਨਗੇ ਤਾਂ ਅਸੀਂ ਬਾਅਦ 'ਚ ਵੀ ਨਹੀਂ ਵੜਨ ਦੇਣਾ, ਕਿਉਂਕਿ ਲੋਕ ਜਾਗਰੂਕ ਹੋ ਚੁੱਕੇ ਆ। ਠੀਕ ਹੈ ਜੀ, ਜਿਹੜਾ ਯੂਥ ਹੈ ਉਹ ਐਜੂਕੇਟਡ ਹੈ ਜੀ, ਸਭ ਨੂੰ ਆਪਣੇ ਚੰਗੇ ਮਾੜੇ ਦਾ ਪਤਾ ਹੈ, ਕਿਹੜਾ ਲੀਡਰ ਚੰਗਾ ਕਿਹੜਾ ਮਾੜਾ ਉਹ ਸਭ ਨੂੰ ਪਤਾ ਹੈ ਜੀ। ਠੀਕ ਹੈ ਨਾ, ਲੋਕ ਉਦਾਂ ਹੀ ਆਪਣੇ ਸਿਆਸੀ ਰੋਟੀਆਂ ਸੇਕੀ ਜਾਂਦੇ ਜੀ ਆ ਕੇ, ਇਹਦਾ ਕੋਈ ਫਾਇਦਾ ਨਹੀਂ। ਤੇ ਲੋਕ ਜਾਗਰੂਕ ਹੋ ਚੁੱਕੇ ਆ। ਅਸੀਂ ਆਪਣੇ ਪਿੰਡ 'ਚ ਖਾਸ ਕਰਕੇ ਜੀ ਕੋਈ ਵੀ ਸਿਆਸੀ ਪਾਰਟੀ ਅਸੀਂ ਵੜਨ ਨਹੀਂ ਦੇਣੀ ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਖਾਸ ਕਰਕੇ ਉਹ ਤੋਂ ਬਾਅਦ ਵੀ ਜੇ ਸਾਡੇ ਮਸਲੇ ਹੱਲ ਹੋਣਗੇ ਤਾਂ ਜਿਹੜਾ ਕਰੂਗਾ ਤਾਂ ਉਹ ਆਊਗਾ, ਨਹੀਂ ਅਸੀਂ ਸਭ ਦਾ ਬਾਈਕਾਟ ਕਰਦੇ ਹਾਂ ਜੀ। ਦੇਖੋ, ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡ ਆ ਤੇ ਹਰ ਪਿੰਡ ਦੇ ਵਿੱਚ ਜਦੋਂ ਇਲੈਕਸ਼ਨ ਆਉਂਦੀ ਹੈ ਤਾਂ ਅਸੀਂ ਦੇਖਦੇ ਵੀ ਧੜੇਬਾਜ਼ੀ ਹੁੰਦੀ, ਪਾਰਟੀਬਾਜ਼ੀ ਹੁੰਦੀ ਆ। ਬਹੁਤ ਸਾਰੀਆਂ ਪਾਰਟੀਆਂ ਦੇ ਜਿੱਦਾਂ ਹੁੰਦੇ ਇੱਥੇ ਆਗੂ ਵੀ ਹੁੰਦੇ ਆ, ਪਿੰਡਾਂ ਦੇ ਵਿੱਚ ਹੀ ਹੁੰਦੇ ਆ, ਤੇ ਲੜਾਈਆਂ ਹੁੰਦੀਆਂ, ਸਿਰ ਪੜਾਈਆਂ ਵੀ ਹੁੰਦੀਆਂ, ਬਹੁਤ ਕੁਝ ਹੁੰਦਾ ਹੈ। ਤੁਹਾਡੇ ਪਿੰਡਾਂ ਦੇ ਵਿੱਚ ਵੀ ਇੱਦਾਂ ਰਿਹਾ ਤਾਂ ਹੋਏਗਾ ਕਿਸੇ ਸਮੇਂ, ਤੇ ਹੁਣ ਇਕੱਠੇ ਹੋਣਾ ਇਹ ਕਿੱਦਾਂ ਸੰਭਵ ਕਿੱਦਾਂ ਹੋਇਆ? ਇਹ ਬਹੁਤ ਜਿੱਦਾਂ ਮੁਸ਼ਕਿਲ ਲੱਗਦਾ, ਹਰ ਪਿੰਡ ਦੇ ਵਿੱਚ ਇੰਨੇ ਲੋਕਾਂ ਨੂੰ ਇਕੱਠੇ ਕਰਨਾ, ਮਤੇ ਪਾਉਣੇ, ਇੱਕ ਜਿੱਦਾਂ ਹੈਗਾ ਝੰਡੇ ਦੇ ਥੱਲੇ ਇਕੱਠੇ ਹੋਣਾ। ਤੁਸੀਂ ਅੱਜ ਕਿਸਾਨੀ ਦੇ ਝੰਡੇ ਥੱਲੇ ਇਕੱਠੇ ਹੋਏ ਹੋ, ਸੰਭਵ ਕਿੱਦਾਂ ਹੋ ਸਕਿਆ? ਵੀਰ ਜੀ, ਇਹ ਹਰੇਕ ਪਿੰਡ ਵਿੱਚ ਧੜੇਬਾਜ਼ੀ ਹੈਗੀ ਹੈ ਜੀ, ਬਟ ਇਹ ਕਿਸਾਨੀ ਮੁੱਦਾ ਜਿਹੜਾ ਇਹ ਸਾਰੇ ਪੰਜਾਬ ਦਾ ਮੁੱਦਾ ਜੀ। ਠੀਕ ਹੈ ਜੀ, ਜੇ ਕਿਸਾਨ ਖਤਮ ਹੈ ਤਾਂ ਤੁਹਾਨੂੰ ਵੀ ਪਤਾ ਜੀ ਸਭ ਕੁਝ ਕਿਸਾਨੀ ਤੋਂ ਸ਼ੁਰੂ ਹੁੰਦਾ ਜੀ। ਜੇ ਕਿਸਾਨ ਖਤਮ ਹੋ ਗਿਆ ਤਾਂ ਪਬਲਿਕ ਨੇ ਆਟੋਮੈਟਿਕ ਖਤਮ ਹੋ ਜਾਣਾ ਜੀ। ਤੇ ਇਹ ਕਿਸਾਨ ਦੇ ਝੰਡੇ ਇਸ ਥੱਲੇ ਇਸ ਕਰਕੇ ਇਕੱਠੇ ਹੋਏ ਆ ਜੀ ਵੀ ਜੇ ਬਚਾਉਣਾ ਹੈ ਪੰਜਾਬ ਨੂੰ ਤਾਂ ਸਾਰੇ ਇਕਜੁੱਟ ਹੋ ਜਾਓ, ਨਹੀਂ ਤਾਂ ਖਤਮ ਤਾਂ ਪੰਜਾਬ ਹੋਇਆ ਹੋਇਆ ਜੀ। ਇਹ ਸਾਰਾ ਕਰਨਾ ਲੀਡਰਾਂ ਨੇ ਜੀ, ਸਿਆਸੀ ਪਾਰਟੀਆਂ ਨੇ। ਕਿਸਾਨੀ ਹੈ ਜੀ, ਹੋਰ ਕੁਝ ਕਿਉਂਕਿ ਹਰ ਫੀਲਡ ਕਿਸਾਨੀ ਨਾਲ ਜੁੜੀ ਹੋਈ ਆ। ਠੀਕ ਆ, 1% ਲੋਕ ਆ ਇਹ ਜਿਹੜੇ ਸਾਡੇ 99% ਲੋਕਾਂ ਨੂੰ ਚਲਾ ਰਹੇ ਆ। ਪਿਛਲੇ 75 ਸਾਲ ਤੋਂ ਨਹੀਂ, ਮੈਂ ਕਹਿੰਦਾ 500 ਸਾਲ ਤੋਂ ਆਈ ਸਿਆਸਤ ਚੱਲੀ ਆ ਰਹੀ ਆ। ਪਹਿਲਾਂ ਯਾਦ ਗੁਲਾਮ ਕਰੇ ਹੀ ਸਾਰਿਆਂ ਨੂੰ। ਠੀਕ ਆ ਨਾ, ਹੁਣ ਅੱਜ ਸੁਤੰਤਰਤਾ ਦਿਵਸ ਹੈ, 15 ਅਗਸਤ ਹੈ, ਪਰ ਸਾਡੇ ਲਈ ਤਾਂ ਕੋਈ ਆਜ਼ਾਦੀ ਨਹੀਂ ਹੈਗੀ। ਅਸੀਂ ਤਾਂ ਅੱਜ ਵੀ ਗੁਲਾਮੇ ਆ, ਉਸ ਕਿਸਮ ਦੇ ਹੀ ਆ। ਕਿੱਦਾਂ ਗੁਲਾਮ ਹੋ ਜੀ? ਗੁਲਾਮੀ ਆ ਜੀ, ਸਾਨੂੰ ਹੱਕ ਨਹੀਂ ਸਾਡੇ ਮਿਲ ਰਹੇ। ਠੀਕ ਹੈ ਜੀ, ਹੁਣ 4.5 ਸਾਲ ਇਹ ਭੁੱਲ ਜਾਂਦੇ ਆ ਵੀ ਇਹ ਕੌਣ ਲੋਕ ਆ, ਸਾਨੂੰ ਨਹੀਂ ਪਤਾ। ਹੁਣ ਪਿਛਲੇ 6 ਮਹੀਨੇ ਚ ਆ ਕੇ ਉਹ ਕਹਿੰਦੀ ਤੇ ਗੰਗਾਧਰ ਸ਼ਕਤੀਮਾਨ ਵਾਲਾ, ਹੁਣ ਇਹ ਗੰਗਾਧਰ ਬਣ ਕੇ ਆਉਣਾ ਇਹਨਾਂ ਨੇ। ਇਹਨਾਂ ਵਰਗਾ ਭੋਲਾ, ਇਹਨਾਂ ਵਰਗਾ ਸਾਊ ਬੰਦਾ ਕੋਈ ਨਹੀਂ। ਹਰ ਮਾਂ ਭੈਣ ਇਹਨਾਂ ਦੀ ਭੈਣ ਆ, ਹਰ ਜਿੰਨੇ ਵੀ ਇੱਥੇ ਖੜੇ ਕੋਈ ਬਜ਼ੁਰਗ ਆ ਉਹ ਇਹਦਾ ਬਾਪ ਆ। ਇਮੋਸ਼ਨਲ ਵੀ ਪੂਰੇ ਹੋਣਾ ਇਹਨਾਂ ਨੇ, ਰੋਟੀਆਂ ਨਾਲ ਖਾਣੀਆਂ ਏ। ਪਰ ਜਿਹੜੇ ਅਗਲੇ ਵਾਲੇ 4 ਸਾਲ 4.5 ਸਾਲ ਆਉਣੇ ਆ ਉਹਦੇ ਵਿੱਚ ਇਹਨਾਂ ਨੇ ਕਿਸੇ ਨੂੰ ਨਹੀਂ ਪੁੱਛਣਾ ਹੈਗਾ। ਠੀਕ ਹੈ ਜੀ, ਸੋ ਇਸ ਲਈ ਆ ਕਿਉਂਕਿ ਤੁਸੀਂ ਕਹਿ ਰਹੇ ਹੋ ਵੀ ਇੱਕ ਝੰਡੇ ਥੱਲੇ, ਕਿਉਂਕਿ ਰੈਵੋਲੂਸ਼ਨ ਦੀ ਲੋੜ ਹੁੰਦੀ ਆ। ਠੀਕ ਹੈ ਜੀ, ਕੋਈ ਵੀ ਲਹਿਰ ਉੱਠਦੀ ਆ ਉਹਦੇ ਹਿਸਾਬ ਨਾਲ ਅੱਗੇ ਤੋਂ ਅੱਗੇ ਵੱਧਦਾ। ਕਿਸਾਨੀ ਅੰਦੋਲਨ ਸਾਡਾ ਖਤਮ ਹੋਊਗਾ, ਅਸੀਂ ਇਹੋ ਜਿਹੀ ਰੈਵੋਲੂਸ਼ਨ ਹੋਰ ਲੈ ਕੇ ਆਵਾਂਗੇ। ਠੀਕ ਹੈ ਜੀ, ਜੋ ਵੀ ਹੱਕਾਂ, ਇੱਕ ਤਬਕਾ ਨਹੀਂ ਹੈਗਾ ਵੀ ਇਕੱਲਾ ਕਿਸਾਨ ਤਬਕਾ ਹੈ, ਹਰ ਤਬਕਾ, ਹਰ ਇੱਕ ਕੋਈ ਲੋਕ ਹੈ, ਹਰ ਇੱਕ ਵੀ ਫੀਲਡ ਹੈ ਉਹ ਕਿਸਾਨਾਂ ਨਾਲ ਜੁੜੀ ਹੋਈ ਹੈ। ਇੱਕ ਚੱਕਰ ਹੈ ਜਿਹੜਾ ਸਭ ਨਾਲ ਜੁੜਿਆ ਹੋਇਆ ਹੈ। ਕਿਸਾਨ ਅੰਦੋਲਨ ਸਾਡਾ ਕਾਮਯਾਬ ਹੋਊਗਾ, ਅਸੀਂ ਹੋਰ ਅੰਦੋਲਨ ਵੀ ਐਵੇਂ ਹੀ ਕਰਾਂਗੇ। ਇਹ ਪਿੰਡ ਦੇ ਵਿੱਚ ਤੁਸੀਂ ਕਿਹਾ ਵੀ ਕਿਸਾਨੀ ਦੇ ਝੰਡੇ ਥੱਲੇ ਇਕੱਠੇ ਹੋਏ ਆ। ਪਿੰਡਾਂ ਦੇ ਵਿੱਚ ਅਕਸਰ ਕਈ ਕਿੱਤਿਆਂ ਨਾਲ ਜੁੜੇ ਹੋਏ ਲੋਕ ਹੁੰਦੇ ਆ, ਤੇ ਹਰ ਬੰਦੇ ਦਾ ਸਮਰਥਨ ਤੁਹਾਨੂੰ ਮਿਲਿਆ ਜਾਂ ਸਿਰਫ ਇਹ ਕਿਸਾਨ ਹੀ ਖੜੇ ਆ? ਜੀ ਸਾਰਿਆਂ ਦਾ ਮਿਲਿਆ। ਮੈਂ ਤੁਹਾਨੂੰ ਦੱਸ ਰਿਹਾ ਨਾ ਜੀ, ਆ ਸਾਰੇ ਮਜ਼ਦੂਰ ਤਬਕਾ ਜੀ। ਠੀਕ ਹੈ ਨਾ, ਆਜੋ ਵੀਰੇ, ਆਜੋ ਜੀ, ਮੜਾ ਜਾ ਆਜੋ ਜੀ, ਆਜੋ ਆਓ ਜੀ, ਮਜ਼ਦੂਰ ਵਰਗ ਤੋਂ ਵੀਰ ਕਿਹੜੇ ਹੈਗੇ ਨੇ? ਆਜੋ ਵੀਰ ਜੀ।
ਜੀ ਆਜੋ ਅੱਗੇ ਆਓ ਜੀ ਉਹ ਆ ਜਾਓ ਬਸ ਬੋਲਣਾ ਹੀ ਆ ਕਿ ਵੀ ਤੁਸੀਂ ਇਹ ਜੱਕਦੇ ਕਿਸਾਨੀ ਦੇ ਝੰਡੇ ਥੱਲੇ ਅੱਜ ਇੱਥੇ ਇਕੱਠ ਹੋਇਆ ਹੈ, ਪਿੰਡ ਰੌਲੂ ਮਾਜਰਾ ਵੱਲੋਂ ਬਾਈਕਾਟ ਕਰਿਆ ਗਿਆ ਹੈ। ਤੁਸੀਂ ਮਜ਼ਦੂਰੀ ਕਰਦੇ ਹੋ ਜੀ? हाँ जी हाँ जी ਮਜ਼ਦੂਰ ਹੋਣ ਦੇ ਨਾਤੇ ਤੁਸੀਂ ਵੀ ਸਾਰੇ ਸਮਰਥਨ ਦਿੰਦੇ ਹੋ ਇਸ ਚੀਜ਼ ਨੂੰ? समर्थन दिन्ने हैं जी हाँ जी ਅਸੀਂ ਸਾਰੇ ਇੱਕ ਹੈ ਜੀ ਕਿੱਦਾਂ? एक है जी सारी सब पिंड ਪਿੰਡ ਵਾਕਿਆ ਇਕੱਠਾ ਕੋਈ ਘਰ ਇਹੋ ਜਿਹਾ ਤਾਂ ਨਹੀਂ ਹੈਗਾ ਜਿਹੜਾ ਇੱਕ ਬੰਦਾ ਕਹਿ ਦੇਵੇ ਵੀ ਮੈਂ ਨਹੀਂ ਇਹਨਾਂ ਨਾਲ ਹੈਗਾ? नहीं कोई भी नहीं कहूँगा जी हाँ जी ਠੀਕ ਹੈ ਜੀ। ਤਾਂ ਇੱਕ ਸਵਾਲ ਇਹ ਸੀਗਾ, ਤੁਸੀਂ ਕਹਿ ਰਹੇ ਸੀ ਆਜ਼ਾਦੀ ਦੀ ਗੱਲ ਕਰ ਰਹੇ ਸੀਗੇ ਕਿ ਸਾਡੀ ਆਜ਼ਾਦੀ, ਸਾਡੇ ਲਈ ਇਹ ਆਜ਼ਾਦੀ ਨਹੀਂ ਹੈਗੀ। ਸਵੇਰ ਤੋਂ ਭਾਸ਼ਣ ਚੱਲ ਰਹੇ ਆ, ਹਰ ਜ਼ਿਲ੍ਹੇ ਦੇ ਵਿੱਚ ਭਾਸ਼ਣ ਚੱਲ ਰਿਹਾ ਹੈ। ਲਾਲ ਕਿਲੇ ਦੇ ਵਿੱਚ ਭਾਸ਼ਣ ਹੋਏ, ਤੁਸੀਂ ਭਾਸ਼ਣ ਨਹੀਂ ਸੁਣੇ ਭਾਜੀ? ਉਹ ਤਾਂ ਕਹਿੰਦੇ ਆ ਕਿ ਦੇਸ਼ ਖੁਸ਼ਹਾਲ ਹੋ ਗਿਆ, ਅਸੀਂ ਤਾਂ ਫੁੱਟਪਾਥ ਤੇ ਬੈਠੇ ਬੰਦਿਆਂ ਨੂੰ ਵੀ ਖੁਸ਼ਹਾਲ ਕਰਤਾ। ਦੱਸਿਆ ਨਹੀਂ ਜੀ ਵੀ 1% ਲੋਕ ਆ ਉਹਨਾਂ ਭਾਣਾ ਇਹ ਦੇਸ਼ ਆਜ਼ਾਦ ਆ, ਉਹਨਾਂ ਬਾਦੇ ਖੁਸ਼ਹਾਲ ਆ ਕਿਉਂਕਿ ਉਹ ਖੁਸ਼ ਆ। ਸਾਨੂੰ ਖਾ ਕੇ ਲੋਕਾਂ ਨੂੰ ਗਰਾਊਂਡ ਲੈਵਲ ਤੇ ਤਾਂ ਆ ਕੇ ਦੇਖੋ ਲੋਕਾਂ ਦੀ ਹਾਲਤ ਕੀ ਆ। ਠੀਕ ਆ ਜੀ, ਕਿਸੇ ਨੂੰ ਜੌਬ ਨਹੀਂ ਮਿਲ ਰਹੀਆਂ, ਪੜ੍ਹੇ ਲਿਖੇ ਮੁੰਡੇ ਪਿੰਡਾਂ 'ਚ ਧੱਕੇ ਖਾ ਰਹੇ ਆ। ਠੀਕ ਆ ਜੀ, ਹੁਣ ਵਾਅਦੇ ਪੂਰੇ ਹੋਣੇ ਆ। ਆਹ 4 ਜਿਹੜੇ 5 ਮਹੀਨੇ ਆਉਣੇ ਆ ਨਾ, ਉਹਦੇ ਵਿੱਚ ਆ ਕੇ ਹਰ ਇੱਕ ਵਾਅਦਾ ਹੋਣਾ, ਗਲੀਆਂ ਪੱਕੀਆਂ ਹੋਣਗੀਆਂ ਸਾਡੀਆਂ। ਸੁਪਨੇ ਕਿਹਾ ਅਸੀਂ ਇਮੇਜਿਨ ਕਰਨ ਲੱਗ ਜਾਂਦੇ ਆ ਲੋਕ ਸਾਡੇ ਵੀ ਲੈ ਹੋ ਗਿਆ ਵੀ ਇੱਥੇ ਤਾਂ ਸਾਡੇ ਬਾਈਪਾਸ ਬਣ ਗਿਆ ਰੌਲੂ ਮਾਜਰੇ ਪਰ ਨੂੰ। ਠੀਕ ਆ ਜੀ, ਉਹ ਸਾਨੂੰ ਗਰਾਊਂਡ ਬਣਾ ਕੇ ਦੇ ਦਿੱਤਾ। ਹੁਣ ਸਾਨੂੰ ਕਾਲਾਂ ਆ ਰਹੀਆਂ ਨੇ, ਸਾਨੂੰ ਮੈਸੇਜ ਆ ਰਹੇ ਨੇ ਅਲੱਗ-ਅਲੱਗ ਪਾਰਟੀਆਂ ਦੇ ਵੀ ਜਿੰਨਾ ਵੀ ਯੂਥ ਆ ਤੁਹਾਨੂੰ ਕਿੱਟਾਂ ਵੰਡੂਗੇ, ਤੁਹਾਨੂੰ ਜਿੰਮਾਂ ਦਵਾਂਗੇ, ਕਦੇ ਕੁਝ ਦਵਾਂਗੇ। ਅਸੀਂ ਕਿਸੇ ਚੀਜ਼ ਦੇ ਭੁੱਖੇ ਨਹੀਂ ਹੈਗੇ ਜੀ। ਸਾਨੂੰ ਜਿਹੜੇ ਸਾਡੇ ਅਸਲ ਹੱਕਾਂ ਸਾਨੂੰ ਉਹ ਦੇ ਦਿਓ। ਹਰ ਘਰ ਦੇ ਵਿੱਚ ਰੋਟੀ ਪੱਕਦੀ ਆ, ਅਗਲਾ ਮਿਹਨਤ ਕਰਕੇ ਖਾਂਦਾ ਏ। ਠੀਕ ਹੈ ਨਾ, ਇਹਨਾਂ ਦੇ ਉੱਪਰ ਤਾਂ ਉਹ ਨਹੀਂ ਹੁਣ ਦਾਰੂ ਵੀ ਵੰਡਣੀ ਹੈ ਇੱਥੇ। ਠੀਕ ਹੈ ਜੀ, ਹਰ ਪਿੰਡ ਦੇ ਵਿੱਚ ਮੈਂ ਤੁਹਾਨੂੰ ਦੱਸਦਾ 1% ਲੋਕ ਹੁੰਨੇ ਆ, ਪੂਰੇ ਦੇਸ਼ ਦੇ ਵਿੱਚ ਵੀ ਆ, ਹਰ ਪਿੰਡ ਦੇ ਵਿੱਚ ਵੀ 1% ਲੋਕ ਆ ਜਿਹੜੇ ਅੰਦਰ ਟੌਪ ਆ। ਵਾਅਦਾ ਕੀਤਾ ਪਿੰਡ ਦੇ ਲੋਕਾਂ ਨੇ ਵੀ ਦਾਰੂ ਨਹੀਂ ਲਵਾਂਗੇ ਅਸੀਂ ਕਿਸੇ ਦੀ? ਕਰਨਗੇ, ਅਸੀਂ ਕਰਦੇ ਆਂ ਜੀ, ਹੁਣ ਕਰਦੇ ਆਂ ਜੀ। ਸਾਡੇ ਲੋਕ ਅਸੀਂ ਤੁਸੀਂ ਗੱਲ ਕਰੋ, ਤੁਸੀਂ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਤੁਸੀਂ ਇੱਕ ਸਵਾਲ ਪੁੱਛਿਆ ਸੀ ਵੀ ਅਵਾਰਾ ਪਸ਼ੂ ਤੇ ਲੀਡਰ, ਇਹ ਬਹੁਤ ਬੜੀ ਗਲਤੀ ਅਸੀਂ ਅਵਾਰਾ ਪਸ਼ੂ ਲਿਖਾਇਆ ਕਿਉਂਕਿ ਅਵਾਰਾ ਪਸ਼ੂ ਵੀ ਇਹਨਾਂ ਨਾਲ ਕੰਪੇਅਰ ਨਹੀਂ ਅਸੀਂ ਕਰ ਸਕਦੇ। ਇੱਥੇ ਖੇਤ 'ਚ ਅਵਾਰਾ ਪਸ਼ੂ ਵੜਿਆ ਕਿ ਡੰਡਾ ਮਾਰ ਦੋ, ਇੰਨੀ ਅਣਖ ਉਹਨੂੰ ਹੈਗੀ ਮੁੜ ਕੇ ਨਹੀਂ ਵੜੂਗਾ, ਪਰ ਇਹ ਤਾਂ ਫੇਰ ਆ ਜਾਂਦੇ ਆ, ਜੁੱਤੀਆਂ ਮਾਰ ਖਾ ਕੇ ਵੀ ਆਉਨੇ ਆ। ਠੀਕ ਆ ਜੀ, ਇਹ ਬਹੁਤ ਉਹ ਗੱਲ ਕੋਈ ਵੀ ਪਾਰਟੀ ਆ, ਮੈਂ ਨਹੀਂ ਕਹਿੰਦਾ ਅਕਾਲੀ ਦਲ, ਸਾਰੇ ਜਿੰਨੇ ਵੀ ਆ ਸਾਰੇ ਇੱਕੋ ਆ ਜੀ। ਸਾਡੇ ਲੋਕਾਂ ਦਾ ਬੇਵਕੂਫ ਬਣਾਉਨੇ ਆ, ਪਰ ਹੁਣ ਇੱਕ ਰੈਵੋਲੂਸ਼ਨ ਆ ਚੁੱਕਿਆ ਏ। ਹੁਣ ਸਾਰੇ ਲੋਕ ਜਾਗਰੂਕ ਹੋ ਗਏ ਆ ਕਿਉਂਕਿ ਇਹ ਸਿਰੇ ਤੇ ਅਨਪੜ੍ਹ ਲੋਕ ਆ, ਗਵਾਰ ਲੋਕ ਆ, ਕਿਹਦੇ ਕੋਲ ਕੋਈ ਡਿਗਰੀ ਹੈਗੀ ਆ, ਉਹਦੇ ਨਾਲੋਂ ਦੁੱਗਣੇ ਪੜ੍ਹੇ ਲਿਖੇ ਲੋਕ ਸਾਡੇ ਪਿੰਡਾਂ 'ਚ ਰਹਿੰਦੇ ਆ। ਪਰ ਇਹ ਅਨਪੜ੍ਹ ਲੋਕ ਸਾਨੂੰ ਫੁੱਦੂ ਬਣਾਈ ਜਾਂਦੇ ਆ ਜੀ, ਬੇਵਕੂਫ ਬਣਾਉਨੇ ਆ, ਪਰ ਹੁਣ ਨਹੀਂ ਅਸੀਂ ਬਣਦੇ ਹੈਗੇ। ਤੁਸੀਂ ਕਹਿੰਦੇ ਹੋ ਕਿ ਅਸੀਂ ਭੁੱਖੇ ਨਹੀਂ ਹੈਗੇ, ਸਾਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਆ, ਪਰ ਜਿਹੜੀਆਂ ਸਰਕਾਰਾਂ ਅੱਗੇ ਆਪਣੇ ਮੈਨੀਫੈਸਟੋ ਲੈ ਕੇ ਆਉਂਦੀਆਂ ਉਹ ਵੀ ਤਾਂ ਫਿਰ ਫ੍ਰੀ ਦੇਣ ਦੀਆਂ ਗੱਲਾਂ ਕਰਦੀਆਂ। ਉਹਨਾਂ ਵਾਅਦਿਆਂ ਨੂੰ ਕਿੱਦਾਂ ਦੇ ਦਿਓ, ਅਸੀਂ ਤੁਹਾਨੂੰ ਆਹ ਫ੍ਰੀ ਦੇ ਦਾਂਗੇ, ਉਹ ਫ੍ਰੀ ਦੇ ਦਾਂਗੇ, ਪਰ ਇਹ ਨਹੀਂ ਕਹਿੰਦੀਆਂ ਕਿ ਚੀਜ਼ਾਂ ਸਸਤੀਆਂ ਦਵਾਂਗੇ, ਤੁਹਾਨੂੰ ਰੁਜ਼ਗਾਰ ਦੇਵਾਂਗੇ, ਤੁਸੀਂ ਕਮਾ ਕੇ ਖਾ ਲਿਓ। ਦੇਖੋ ਜੀ, ਹਰ ਇੱਕ ਬੰਦਾ ਏ, ਉਹੀ ਤਾਂ ਗੱਲ ਆ ਕਿ ਉਹਨੂੰ ਰੁਜ਼ਗਾਰ ਦਿਓ। ਹੁਣ ਕੰਪੇਅਰ ਕਰਦੇ ਆ ਬਾਹਰਲੀਆਂ ਕੰਟਰੀਆਂ ਨਾਲ, ਫੋਰਨ ਨਾਲ, ਉੱਥੇ ਰੁਜ਼ਗਾਰ ਤਾਂ ਹੈਗਾ ਏ। ਇਹੋ ਜਿਹੇ ਲੀਡਰ ਵੀ ਆਏ ਆ ਜਿਨ੍ਹਾਂ ਨੇ ਸਵਰਗ ਬਣਾ ਕੇ ਰੱਖਤੇ। ਸਾਡੇ ਲੀਡਰ ਨੇ ਤਾਂ ਨਰਕ ਬਣਾ ਦਿੱਤਾ। ਸਾਨੂੰ ਕੋਈ ਭੁੱਖ ਨਹੀਂ ਹੈਗੀ, ਸਾਨੂੰ ਕੋਈ ਆਟੇ ਦਾਲ ਦੀ ਲੋੜ ਨਹੀਂ ਹੈਗੀ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ। ਸਾਨੂੰ ਸਿਰਫ ਰੁਜ਼ਗਾਰ ਦੇ ਦਿਓ, ਅਸੀਂ ਆਪਣਾ ਕਿਰਤ ਕਰਕੇ ਖਾਵਾਂਗੇ, ਚਾਹੇ ਸਾਨੂੰ ਥੋੜੀ ਪੈਸੇ ਹੋਣ, ਅਸੀਂ ਆਪਣੀ ਮਿਹਨਤ ਦਾ ਖਾਵਾਂਗੇ। ਠੀਕ ਆ, ਪਰ ਸਾਡੇ ਜਿਹੜੇ ਹੱਕ ਆ ਸਾਡੇ ਉਹ ਪੂਰੇ ਦੇ ਦਿਓ। ਹੁਣ ਗੱਲ ਸੁਣੋ, ਅਸੀਂ ਮਿੱਟੀ ਨਾਲ ਜੁੜੇ ਹੋਏ ਲੋਕ ਆ ਜੀ, ਖੇਤੀ ਕਰਦੇ ਆ, ਖੇਤੀ ਉਹ ਸਾਨੂੰ ਬਚਾਉਂਦੀ ਆ। ਠੀਕ ਆ ਨਾ, ਹੁਣ ਸਾਡੀਆਂ ਜ਼ਮੀਨਾਂ ਖੋਹਣ ਲੱਗੇ ਆ। ਠੀਕ ਆ, ਸਾਨੂੰ ਕਿਸੇ ਦੀ ਲੋੜ ਨਹੀਂ, ਸਾਨੂੰ ਫੈਕਟਰੀਆਂ ਦੀ ਲੋੜ ਨਹੀਂ ਹੈਗੀ ਵੀ ਇਹ ਕਹਿਣ ਵੀ ਤੁਹਾਨੂੰ ਆਕੂ ਕਰਕੇ ਤੁਹਾਨੂੰ ਇੰਨੇ ਪੈਸੇ ਦੇ ਦਾਂਗੇ, ਮਾਫ ਕਰ ਦਿਓ ਸਭ ਕੁਝ, ਹੈ ਨਾ। ਇਸ ਚੀਜ਼ ਦੀ ਲੋੜ ਨਹੀਂ ਹੈਗੀ ਸਾਨੂੰ। ਸਾਡੇ ਜਿਹੜੇ ਹੱਕ ਆ, ਸਾਨੂੰ ਜਿੱਕਣ ਅਸੀਂ ਜੀਨੇ ਆ, ਸਾਨੂੰ ਕੁਦਰਤ ਦੇ ਨਾਲ ਜੁੜੇ ਹੋਏ ਆ, ਸਾਨੂੰ ਕੋਣਾ ਰਹਿਣ ਦਿਓ। ਠੀਕ ਹੈ ਜੀ, ਹੁਣ ਖੇਤੀ ਦੀ ਤੁਸੀਂ ਗੱਲ ਕਰਦੇ ਆ, ਗ੍ਰੀਨ ਉਹ ਰੈਵੋਲੂਸ਼ਨ ਆਇਆ ਸੀਗਾ, ਉਹਨੇ ਕੀ ਕੀਤਾ? ਉਹਨੇ ਬੇੜਾ ਹੀ ਕਰ ਕੀਤਾ ਕਿਸਾਨੀ ਦਾ। ਠੀਕ ਹੈ ਜੀ, ਅਸੀਂ ਵਧੀਆ ਕਿਸਾਨ ਸੀਗਾ, ਜਿੰਨੇ ਜੋ ਹੁੰਦੀ ਸੀਗੀ ਆਪਣਾ ਗੁਜ਼ਾਰਾ ਕਰਦਾ ਸੀ, ਪਰਿਵਾਰ ਵਧੀਆ ਪਾਲਦਾ ਸੀਗਾ। ਇਹ ਸਾਰੀ ਇੱਕ ਗੇਮ ਆ, ਇਹ ਸਿਆਸਤ ਆ, ਜਿਨ੍ਹਾਂ ਨੇ ਵੀ ਕਰੀ ਹੋਈ, ਹਰ ਇੱਕ ਪਾਰਟੀ ਨੇ ਕਰੀ ਹੋਈ ਆ। ਹੁਣ ਤੋਂ ਨਹੀਂ, ਮੈਂ ਤੁਹਾਨੂੰ ਦੱਸ ਰਿਹਾ, 500 ਸਾਲ ਤੋਂ ਆ ਰਹੀ ਆ। 1% ਲੋਕ ਆ ਜਿਹੜੇ ਪੂਰੇ ਉਹਨੂੰ 99% ਲੋਕਾਂ ਨੂੰ ਚਲਾ ਰਹੇ ਆ। ਇਹ ਚੀਜ਼ ਆ ਜੀ। ਹਾਂ, ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਆ ਜਿਹੜੇ, ਤੁਸੀਂ ਅੱਜ ਜਾਗ੍ਰਿਤੀ ਆਈ ਹੈ, ਬਹੁਤ ਚੰਗੀ ਗੱਲ ਆ, ਤੁਸੀਂ ਇਕੱਠੇ ਹੋਏ ਹੋ, ਪਿੰਡ ਇਕੱਠਾ ਹੋਇਆ, ਪਰ ਕਈ ਲੋਕ ਇਦਾਂ ਹੁੰਦੇ ਜੀ ਅਸੀਂ ਤਾਂ ਪੱਕੇ ਉਹ ਆ ਜੀ, ਆ ਕੱਟੜ ਆ ਜੀ। ਇਹੋ ਜਿਹੇ ਬੰਦੇ ਦੀ ਕਿਸੇ ਦੀ ਕਿਤੇ ਦੁਬਾਰਾ ਭਾਵਨਾਵਾਂ ਤਾਂ ਨਹੀਂ ਜਾਗ ਜੂਗੀਆਂ? ਜਾਗੂਗੀਆਂ, ਫਿਰ ਜਾਗਣ ਦਿੰਨੇ ਆ ਜੀ ਅਸੀਂ ਹੈਗੇ ਆ ਨਾ, ਅਸੀਂ ਜਾਗਣ ਉਹਨਾਂ ਵਾਸਤੇ ਤੁਹਾਡਾ ਫਿਰ ਕੀ ਅੱਗੇ ਐਲਾਨ ਰਹੂਗਾ ਜੇ ਕੋਈ ਪਿੰਡ ਵਿੱਚੋਂ ਤੁਹਾਡਾ ਵਿਰੋਧੀ ਖੜਾ ਹੁੰਦਾ? ਅਸੀਂ ਇਹਨਾਂ ਦਾ ਬਾਈਕਾਟ ਕੀਤਾ ਜਾਊਗਾ। ਜਿਹੜਾ ਸਾਡੇ ਪਿੰਡ 'ਚ ਨਾ ਕੋਈ ਲੀਡਰ ਕਿਸੇ ਉਹਦੇ ਨਾਲ ਆਪਣੀ ਪਾਰਟੀ ਨਾਲ ਗੱਲ, ਲੀਡਰ ਤਾਂ ਹੋਊਗਾ, ਜੇ ਕੋਈ ਪਿੰਡ 'ਚ ਹੀ ਬੰਦਾ ਉੱਠ ਖੜਿਆ ਵੀ ਮੈਂ ਤਾਂ ਪੱਕਾ ਹੈ ਜੀ, ਜੇ ਕੋਈ ਉਹ ਕਰੂਗਾ ਜੀ, ਸਾਰਾ ਪਿੰਡ ਸਾਡਾ ਉਹਦੇ ਕਿਸੇ ਪ੍ਰੋਗਰਾਮ 'ਚ ਨਹੀਂ ਜਾਊਗਾ। ਸਾਰਾ ਪਿੰਡ ਇੱਥੇ ਹੱਥ ਖੜਾ ਕਰਕੇ ਕਹਿ ਦਿਓ ਜੀ ਪਿੰਡ 'ਚ ਅਸੀਂ ਪ੍ਰੋਗਰਾਮ 'ਚ ਨਹੀਂ ਜਾਣਾ, ਕਿਸੇ ਨੂੰ ਉਹਦਾ ਭਾਂਡਾ ਹੀ ਛੇਕਿਆ ਜਾਊਗਾ। ਭਾਂਡਾ ਛੇਕਿਆ ਜਾਊਗਾ ਜੀ, ਨਾ ਕਿਸੇ ਦੇ ਦੁੱਖ ਸੁੱਖ 'ਚ ਕੋਈ ਨਹੀਂ ਜਾਊਗਾ ਜੀ। ਉਹ ਚਮਚਾ ਸਪੈਸ਼ਲ ਪਿੰਡ ਵਾਲੇ ਜਿਹੜੇ ਨਾਲ ਚਮਚੇ ਹੁੰਦੇ ਆ ਨਾ, ਇਹਨਾਂ ਨੂੰ ਵੀ ਆ ਪਿੱਛੇ ਵਾਲੇ 6 ਮਹੀਨਿਆਂ 'ਚ ਕੀ 'ਚ ਰੱਖਦੇ ਆ। ਇਹ 4.5 ਸਾਲ ਚਮਚਿਆਂ ਨੂੰ ਵੀ ਨਹੀਂ ਕੋਈ ਪੁੱਛਦਾ, ਜਰੇ ਲੱਗਦੀ ਪਿਆਂ ਨੂੰ। ਉਹਨਾਂ ਨੂੰ ਪਿੰਡ ਤੱਕ ਮਤਲਬ ਹੈ। ਜਾਂ ਪਿੰਡ ਦੀ 1000 ਬੰਦਾ ਇੱਕ ਪਾਸੇ ਆ ਤਾਂ ਇਕੱਲਾ ਬੰਦਾ ਕੀ ਕਰ ਲੂਗਾ? ਉਹਦਾ ਅਸੀਂ ਭਾਂਡਾ ਛੇਕ ਦਾਂਗੇ ਪਿੰਡ 'ਚੋਂ।
ਠੀਕ ਆ ਨਹੀਂ ਹੋਰ ਥੋੜੀਆਂ ਚੀਜ਼ਾਂ ਜਿਹੜੀਆਂ ਪਿੰਡ ਲੈਵਲ ਤੇ ਹੋਣੀਆਂ ਹੈ, ਉਹਦਾ ਅਸੀਂ ਦੇਖਾਂਗੇ। ਇਹ ਛੱਜ ਹੈ, ਇਹਨਾਂ ਦੇ ਛੱਜ ਬੰਨਿਆ ਹੋਇਆ ਹੈ, ਪਿੱਛੇ ਨਾ ਛੱਜ ਲਟਕਾ ਦਿੰਦੇ ਮੌਕੇ ਤੇ ਆ ਕੇ ਕਾਇਮ ਕਰ ਦਿੰਦੇ ਛੱਜ ਨੂੰ, ਉਹ ਛੱਜ ਪਿੱਛੇ ਵੱਜੀ ਜਾਂਦਾ ਹੈ ਹਨਾ। ਉਹ ਇਹ ਸਿਰਫ ਵੋਟਾਂ ਇਕੱਠੀਆਂ ਕਰਨ ਨੂੰ ਰੱਖੇ ਹੋਏ, ਹੋਰ ਕੋਈ ਅਹੁਦੇ ਨਹੀਂ, ਕੋਈ ਅਹੁਦੇ ਦਾ ਇਹਨਾਂ ਦਾ ਮਤਲਬ ਨਹੀਂ ਹੈਗਾ ਅਹੁਦਿਆਂ ਦਾ। ਹੁਣ ਤੱਕ ਚੱਲਣਾ ਤਾਂ ਉਹ ਚੱਲ ਲਿਆ ਜੀ, ਹੁਣ ਅਸੀਂ ਝੂਠ ਨਹੀਂ ਚੱਲਣ ਦੇਾਂਗੇ। ਪਿੰਡਾਂ 'ਚ ਜਾਗਰਤੀ ਆ ਗਈ, ਇਹਨਾਂ ਨੇ ਤਾਂ ਸਾਡੇ ਗੁਰਦੁਆਰਿਆਂ ਦੇ ਗੱਲਿਆਂ ਪਰ ਵੀ ਡਾਕੇ ਮਾਰ ਲਏ ਅਕਾਲੀ ਦਲਾਂ ਨੇ। ਅਸੀਂ ਡਰਦੇ ਨਹੀਂ, ਅਸੀਂ ਕਹਿਣ ਤੋਂ ਗਰੇਜ ਨਹੀਂ ਕਰਦੇ। ਇਹਨਾਂ ਨੇ ਜੇ ਮੈਂ ਦਾਅਵੇ ਨਾਲ ਇਹ ਕਹਿਣਾ ਵੀ ਇਹ ਫੁੱਲ ਵੇਚਣਗੇ ਸੜਕ ਤੇ ਵੀ। ਬਜਟ ਪੰਜਾਬ ਗੌਰਮੈਂਟ ਨਾਲੋਂ ਗੁਰਦੁਆਰਿਆਂ ਦਾ ਬਜਟ ਉੱਪਰ ਹੁੰਦਾ ਜੀ ਹਰ ਸਾਲ। ਆਪਣੇ ਸੜਕਾਂ ਦੇ ਫੁੱਲ ਵੇਚਣੇ, ਹਸਪੀਟਲ, ਪੜ੍ਹਾਈਆਂ, ਸਾਰਾ ਕੁਝ ਫ੍ਰੀ ਹੋ ਸਕਦਾ ਜੇ ਇਹ ਸਹੀ ਤਰੀਕੇ ਨਾਲ ਧੰਨ ਗੁਰਦੁਆਰਿਆਂ ਦਾ ਵਰਤਿਆ ਜਾਵੇ। ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਜਿਹੜੀ ਸੰਗਤ ਸਾਡੇ ਉਰੇ ਚੱਲ ਕੇ ਸਾਡੇ ਪਿੰਡ ਵਾਲਿਆਂ ਨੇ ਸਹਿਯੋਗ ਦਿੱਤਾ। ਤੁਹਾਡਾ ਕੈਮਰਾ ਦਾ ਵੀ ਸਾਰਿਆਂ ਦਾ ਬਹੁਤ ਧੰਨਵਾਦ, ਹੱਥ ਜੋੜ ਕੇ ਕਰਦੇ ਹਾਂ ਭਾਈ ਅਸੀਂ। ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਪਿੰਡ ਇਹ ਰੂਪਨਗਰ ਜ਼ਿਲ੍ਹੇ ਦਾ ਰੌਲੂ ਮਾਜਰਾ ਪਿੰਡ ਹੈ, ਜਿਨ੍ਹਾਂ ਨੇ ਪਹਿਲੀ ਵਾਰ ਇਹ ਇਕੱਠੇ ਹੋ ਕੇ ਕਦਮ ਚੁੱਕਿਆ ਕਿ ਸਾਰੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਰੋਲ ਕੇ ਰੱਖ ਦਿੱਤਾ ਤੇ ਆਪਣੇ ਪਿੰਡ ਰੌਲੂ ਮਾਜਰਾ ਦਾ ਜਿਹੜਾ ਨਾਮ ਹੈ ਉਹਨੂੰ ਸਾਰਥਕ ਕਰਕੇ ਦਿਖਾਇਆ। ਤੇ ਇਹਨਾਂ ਦਾ ਕਹਿਣਾ ਹੈ ਕਿ ਜੇ ਕੋਈ ਸਿਆਸੀ ਪਾਰਟੀ ਸਾਡੇ ਪਿੰਡ ਦੇ ਵਿੱਚ ਆ ਕੇ ਵੜ ਜਾਂਦੀ ਹੈ ਤਾਂ ਉਹਨਾਂ ਦੀ, ਇਹਨਾਂ ਦੇ ਕਹਿਣ ਮੁਤਾਬਕ, ਸਪੀਡ ਚੈੱਕ ਕਰੀ ਜਾਊਗੀ। ਪਿੰਡ ਦੇ ਵਿੱਚ ਕਿਸੇ ਨੂੰ ਵੀ ਵੜਨ ਨਹੀਂ ਦਿੱਤਾ ਜਾਊਗਾ। ਜੇਕਰ ਪਿੰਡ ਦੇ ਵਿੱਚੋਂ ਵੀ ਕੋਈ ਨਾ ਕੋਈ ਇਹਨਾਂ ਦੇ ਵਿਰੋਧ ਵਿੱਚ ਖੜਾ ਹੋ ਜਾਂਦਾ ਹੈ ਜਾਂ ਕਿਸੇ ਪਾਰਟੀ ਦੇ ਹੱਕ ਵਿੱਚ ਨਿੱਤਰਦਾ ਤਾਂ ਉਹਦੇ ਨਾਲ ਵੀ ਉਹਦਾ ਜਿਹੜਾ ਹੈਗਾ ਪਿੰਡ ਦੇ ਵਿੱਚੋਂ ਬਾਈਕਾਟ ਕੀਤਾ ਜਾਊਗਾ, ਉਹਦੇ ਨਾਲ ਕੋਈ ਸਾਂਝ ਨਹੀਂ ਰੱਖੀ ਜਾਊਗੀ। ਉਮੀਦ ਕਰਦੇ ਹਾਂ ਇਹ ਜਿਹੜਾ ਇਨਕਲਾਬ ਇਹ ਲੈ ਕੇ ਆਏ ਨੇ ਇਹ ਇਸੇ ਤਰ੍ਹਾਂ ਚੱਲਦਾ ਰਹੇਗਾ, ਇਹਨਾਂ ਦਾ ਇਕੱਠ ਇਸੇ ਤਰ੍ਹਾਂ ਰਹੇਗਾ। ਪੰਜਾਬ ਦੇ ਹੋਰ ਪਿੰਡਾਂ ਵਿੱਚ ਵੀ ਜਾਗਰੂਕਤੀ ਆਏਗੀ ਤੇ ਪੰਜਾਬ ਦਾ ਆਉਣ ਵਾਲੇ ਸਮੇਂ ਦੇ ਵਿੱਚ ਭਲਾ ਹੋ ਸਕੇਗਾ। ਨਿਰਭੈ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।